ਪਰਮਿਟੇਸ਼ਨ ਦੇ ਵਿੱਚ ਕੀ ਕਰਦੇ ਆ ਆਪਾਂ ਆਬਜੈਕਟਸ ਨੂੰ ਅਰੇਂਜ ਕਰਦੇ ਆ ਕੰਬੀਨੇਸ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਸਿਲੈਕਟ ਕਰਦੇ ਆ ਪੇਅਰਸ ਕਰਕੇ ਆਪਾਂ ਵੀਅਰ ਕਰ ਸਕਦੇ ਆ ਤਾਂ ਦੇਖੋ ਸ਼ਰਟ 1 ਦੇ ਨਾਲ ਜੀਨ 1 ਸ਼ਰਟ 1 ਦੇ ਨਾਲ ਜੀਨ 2 ਆਪਾਂ ਆਬਜੈਕਟਸ ਨੂੰ ਇੱਕ ਲਾਈਨ ਦੇ ਵਿੱਚ ਲੀਨੀਅਰ ਪਰਮਿਟੇਸ਼ਨਸ ਕਰ ਰਹੇ ਸੀ ਹੁਣ ਆਪਣੇ ਕੋਲ ਨੰਬਰ ਆਫ ਸਰਕੂਲਰ ਪਰਮਿਟੇਸ਼ਨਸ ਤਾਂ ਦੇਖੋ NCR r ਫੈਕਟੋਰੀਅਲ ਇੱਥੇ ਕੀ ਕਰ ਰਹੇ ਆ NCR upon NCR minus 1 किधे इक्वल है n minus r plus 1 upon ऐसे फाइंड आउट कर रहे हैं नंबर ऑफ डायगोनल्स उधर ही फॉर्मूला है NC2 minus n जा डायरेक्ट n into n minus 3 upon 2. Hello deltas, hope you all are doing well. Today we are here with an interesting topic, permutation and combination. Let's start the topic. ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ what is basic difference between permutation and combination. permutation ਤੇ combination ਦੇ ਵਿੱਚ difference ਕੀ ਹੈ? permutation ਦੇ ਵਿੱਚ ਕੀ ਕਰਦੇ ਆ ਆਪਾਂ ਆਬਜੈਕਟਸ ਨੂੰ ਅਰੇਂਜ ਕਰਦੇ ਆ combination ਦੇ ਵਿੱਚ ਆਪਾਂ ਉਹਨਾਂ ਨੂੰ ਸਿਲੈਕਟ ਕਰਦੇ ਆ ਤਾਂ ਦੇਖੋ permutation ਦਾ ਮਤਲਬ ਕੀ ਹੈ arrangement of objects ਦੀ arrangement ਕਰਦੇ ਆ and combination ਦੇ ਵਿੱਚ ਆਪਾਂ ਕੀ ਕਰਦੇ ਆ selection. सपोज करो अपने को तीन ऑब्जेक्ट्स है A B C एंड आपा दो दी पेयरिंग करनी है एंड उन्होंने अरेंज करना है तो की होगा अपने को A B B A एंड देन अपने को आ गया A C C A एंड B C एंड C A एंड जी आपा सिलेक्शन करनी है फिर अपने को A B A C एंड B C. ਹੁਣ ਦੇਖੋ ਇੱਥੇ ਆਪਾਂ ਸਿਰਫ ਕੀ ਕਰ ਰਹੇ ਆ ਦੋ ਆਬਜੈਕਟਸ ਨੂੰ ਆਪਾਂ ਸਿਲੈਕਟ ਕਰ ਰਹੇ ਆ ਤੇ A B ਆਪਣੇ ਦੋ ਹੋ ਗਏ ਤਾਂ ਇੱਥੇ ਕੀ ਹੈ ਆਪਣੇ ਕੋਲ A B ਲਿਖੋ ਚਾਹੇ B A ਲਿਖੋ ਇਹ ਕੀ ਹੈ ਆਪਣੇ ਕੋਲ ਸੇਮ ਬਟ ਇੱਥੇ ਆਪਣੇ ਕੋਲ ਇਹ ਅਲੱਗ-ਅਲੱਗ ਕਾਊਂਟ ਹੋਣਗੇ ਠੀਕ ਹੈ ਇੱਥੇ ਆਪਣੇ ਕੋਲ ਕੀ ਹੈ ਆਰਡਰ ਇਜ਼ ਇੰਪੋਰਟੈਂਟ ਇੱਥੇ ਆਪਾਂ ਆਰਡਰ ਨੂੰ ਧਿਆਨ ਰੱਖਣਾ ਕਿਉਂਕਿ ਆਪਾਂ ਉਹਨਾਂ ਨੂੰ ਅਰੇਂਜ ਕਰਨਾ ਹੈ ਇੱਥੇ ਆਰਡਰ ਇਜ਼ ਨਾਟ ਇੰਪੋਰਟੈਂਟ ਆਰਡਰ ਆਪਣਾ ਇੰਪੋਰਟੈਂਟ ਨਹੀਂ ਹੈ ਇਜ਼ ਇਟ ਕਲੀਅਰ ਇਹ ਆਪਣਾ ਕੀ ਹੈ ਬੇਸਿਕ ਡਿਫਰੈਂਸ ਹੈ ਪਰਮੁਟੇਸ਼ਨ ਤੇ ਕੰਬੀਨੇਸ਼ਨ ਦੇ ਵਿੱਚ ਪਰਮੁਟੇਸ਼ਨ ਦੇ ਵਿੱਚ ਆਪਾਂ ਆਬਜੈਕਟਸ ਨੂੰ ਅਰੇਂਜ ਕਰਦੇ ਆ ਕੰਬੀਨੇਸ਼ਨ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਹੈ ਤਾਂ ਦੇਖੋ विदाउट कॉम्बिनेशन अपने कोल परमुटेशन पॉसिबल नहीं है पहला ऑब्जेक्ट्स नु ਆਪਾਂ ਸਿਲੈਕਟ ਕਰਾਂਗੇ ਫਿਰ ਹੀ ਉਹਨਾਂ ਨੂੰ ਅਰੇਂਜ ਕਰਾਂਗੇ ਤਾਂ ਵਿਦਾਊਟ ਕੰਬੀਨੇਸ਼ਨ ਆਪਣਾ ਪਰਮੁਟੇਸ਼ਨ ਪੋਸੀਬਲ ਨਹੀਂ ਹੈ ਤਾਂ ਨੈਕਸਟ ਆਪਾਂ ਦੇਖਦੇ ਆ ਫੈਕਟੋਰੀਅਲ ਇਹ ਆਪਾਂ ਬਾਇਨੋਮੀਅਲ ਥਿਓਰਮ ਵਾਲੇ ਚੈਪਟਰ 'ਚ ਵੀ ਦੇਖਿਆ ਸੀ ਫੈਕਟੋਰੀਅਲ ਦੀ ਜੋ ਵੈਲਿਊਜ਼ ਹੈ ਉਹ ਡਿਫਾਈਨ ਕਿਹਦੇ ਲਈ ਹੁੰਦੀ ਹੈ ਆਪਣੇ ਕੋਲ ਹੋਲ ਨੰਬਰਸ ਲਈ ਕਿਸ ਤਰ੍ਹਾਂ ਡਿਫਾਈਨ ਹੈ ਤੇ n ਫੈਕਟੋਰੀਅਲ n n minus 1 n minus 2 एक ਆਪਾਂ ਨੈਚੁਰਲ ਨੰਬਰ ਇੱਕ ਨੰਬਰ ਸਬਟ੍ਰੈਕਟ ਕਰੀ ਜਾਣਾ ਹੈ ਐਂਡ ਐਂਡ ਕਿੱਥੇ ਕਰਨਾ ਆਪਾਂ 1 ਤੱਕ ਤਾਂ ਦੇਖੋ ਇਹਦੀ ਐਗਜ਼ਾਮਪਲ ਸਪੋਜ਼ ਕਰੋ ਆਪਾਂ ਕੀ ਕਰਨਾ ਹੈ 5 ਫੈਕਟੋਰੀਅਲ ਤਾਂ ਕੀ ਆਊਗਾ 5 into 4 into 3 into 2 into 1 ਤਾਂ ਆਪਣੇ ਕੋਲ ਕੀ ਆ ਗਿਆ 120 ਤਾਂ ਕੁਝ ਫੈਕਟੋਰੀਅਲਸ ਦੀ ਵੈਲਿਊ ਆਪਾਂ ਲਰਨ ਕਰਾਂਗੇ ਤਾਂ ਦੇਖੋ 0 फैक्टोरियल ਦੀ ਵੈਲਿਊ ਕਿੰਨੀ ਹੁੰਦੀ ਹੈ 1 1 ਫੈਕਟੋਰੀਅਲ ਦੀ ਵੀ ਵੈਲਿਊ ਹੁੰਦੀ ਹੈ 1 ਨੈਕਸਟ ਦੇਖੋ 2 ਫੈਕਟੋਰੀਅਲ ਦੀ 2 3 ਫੈਕਟੋਰੀਅਲ ਦੀ 6 4 ਫੈਕਟੋਰੀਅਲ ਦੀ ਵੈਲਿਊ 24 5 ਫੈਕਟੋਰੀਅਲ ਦੀ ਆਪਣੇ ਕੋਲ ਆ ਗਿਆ 120 6 ਫੈਕਟੋਰੀਅਲ ਦੀ 720 ਐਂਡ 7 ਫੈਕਟੋਰੀਅਲ ਦੀ 5040 8 ਫੈਕਟੋਰੀਅਲ ਦੀ 40320 9 factorial ਦੀ 362880 10 factorial ਦੀ ਆਪਣੇ ਕੋਲ 362880 ਠੀਕ ਹੈ ਇਹ ਕੁਝ ਵੈਲਿਊਜ਼ ਹੈ ਇਹਨਾਂ ਨੂੰ ਆਪਾਂ ਲਰਨ ਕਰਨਾ ਨੈਕਸਟ ਦੇਖੋ ਜੀ ਆਪਾਂ ਨੂੰ ਕੁਐਸਚਨਸ ਦੇ ਵਿੱਚ n + 1 ਫੈਕਟੋਰੀਅਲ ਨਜ਼ਰ ਆਉਂਦਾ ਹੈ ਤੇ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਆ ਤਾਂ ਦੇਖੋ n + 1 ਹੋਊਗੀ ਫਰਸਟ ਉਸ ਤੋਂ ਬਾਅਦ एक सबट्रैक्ट करो की होगा n तो आप इसनु इस तरह लिख सकते हो इज इट क्लियर तो नेक्स्ट देखो अपने को दो क्वेश्चंस है इन्हां नु डिस्कस कर दिया तो फर्स्ट है n + 1 फैक्टोरियल इज इक्वल टू 12 into n - 1 फैक्टोरियल तो इसनु किस तरह करांगे चलो देखते हैं
ਇਸ ਨੂੰ ਪਹਿਲਾਂ ਆਪਾਂ ਓਪਨ ਕਰ ਲਈਏ n+1 n and n-1 factorial is equal to 12 into n-1 ਦਾ factorial। ਆ ਚੀਜ਼ ਆਪਣੇ ਕੋਲ ਕੈਂਸਲ। n+1 ਇਸ ਨੂੰ ਆਪਾਂ ਕੁਆਡ੍ਰੇਟਿਕ ਵੀ ਬਣਾ ਸਕਦੇ ਆ, ਬਟ ਕੁਆਡ੍ਰੇਟਿਕ ਨਾਲੋਂ ਈਜ਼ੀ ਇਸ ਤਰੀਕੇ ਨਾਲ ਹੋ ਸਕਦਾ ਹੈ। ਆਪਾਂ 12 ਨੂੰ ਕਿਵੇਂ ਲਿਖ ਸਕਦੇ ਆ 4 into 3, ਤਾਂ ਆਪਣੇ ਕੋਲ n ਕਿਤੇ ਇਕੁਅਲ ਆ ਗਿਆ 3 ਦੇ। Is it clear? The next question ਚ ਆਪਾਂ ਨੂੰ ਕੀ ਦਿੱਤਾ ਹੋਇਆ ਹੈ, if the ratio of this and this is 2:1, find n। ਇਹਨਾਂ ਦੋਵਾਂ ਦੀ ਰੇਸ਼ੋ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ 2:1 and ਆਪਾਂ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਤਾਂ ਚਲੋ ਦੇਖੋ ਕਿਸ ਤਰੀਕੇ ਨਾਲ ਕਰਾਂਗੇ। ਪਹਿਲਾ ਫਰਸਟ ਵਾਲੀ ਟਰਮ ਲਿਖਦੇ ਆ n ਫੈਕਟੋਰੀਅਲ upon 2 ਫੈਕਟੋਰੀਅਲ n - 2 ਫੈਕਟੋਰੀਅਲ and ਇਸ ਨੂੰ ਆਪਾਂ ਨੀਚੇ ਲਿਖਾਂਗੇ n ਫੈਕਟੋਰੀਅਲ 4 factorial n minus 4 ਦਾ factorial is equal to 2 upon 1। तो हम देखो ਆਪਾਂ ਇਸ ਨੂੰ ਕਿਵੇਂ ਓਪਨ ਕਰਾਂਗੇ। ਉੱਤੇ ਕੀ ਲਿਖਿਆ ਸੀ n factorial n into n minus 1 into n minus 2 factorial, and 2 factorial ਦੀ ਵੈਲਿਊ ਕਿੰਨੀ ਹੁੰਦੀ ਹੈ 2 n minus 2 factorial into ਆਪਣੇ ਕੋਲ ਇੱਥੇ ਕੀ ਆ ਗਿਆ ਪਹਿਲਾ n into n minus 1 n minus 2 n minus 3 n minus 4 factorial, and 4 factorial ਦੀ ਵੈਲਿਊ 24। ਇਸ ਤਰ੍ਹਾਂ ਆਪਾਂ ਲਿਖਾਂਗੇ equal to 2 upon 1। ਆਪਣੇ ਕੋਲ ਆ ਟਰਮਸ ਕੈਂਸਲ ਹੋ ਗਈਆਂ। ਤਾਂ ਦੇਖੋ ਇੱਥੋਂ ਆਪਣੇ ਕੋਲ n ਵੀ ਕੈਂਸਲ ਹੋ ਗਿਆ n minus 1 ਵੀ ਕੈਂਸਲ ਹੋ ਗਿਆ। 2 ਨੂੰ ਆਪਾਂ ਕੱਟ ਕਰਾਂਗੇ, ਇੱਥੇ ਕੀ ਆ ਗਿਆ 12। ऊपर अपना न्यूमरेटर से सब कट हो गया एक्सेप्ट 12, एंड नीचे डिनोमिनेटर से देखो n-2 टर्म रहेगी, n-3 is equal to 2 upon 1। तो इसनु ਆਪਾਂ क्रॉस मल्टीप्लाई करके अपने कोल की आ जाएगा n-2 into n-3 is equal to की आ गया 6 n-2 into n-3। आप इसनु किਵੇਂ लिखांगे 3 into 2। तो अपने कोल इसनु इक्वेट कर दो n-2 equal to 3, n is equal to 3 plus 2 and अपने कोल की आ गया 5। Is it clear? तो ਇਹਨਾਂ क्वेश्चंस ਨੂੰ ਆਪਾਂ ਬਹੁਤ ਈਜ਼ੀਲੀ ਇਸ ਤਰੀਕੇ ਨਾਲ ਕਰ ਸਕਦੇ ਹਾਂ। ਆਪਾਂ ਡਿਸਕਸ ਕਰਦੇ ਹਾਂ ਫੰਡਾਮੈਂਟਲ ਪ੍ਰਿੰਸੀਪਲਸ ਆਫ ਕਾਊਂਟਿੰਗ। ਤਾਂ ਆਪਣੇ ਕੋਲ ਦੋ ਪ੍ਰਿੰਸੀਪਲਸ ਹੈ। फर्स्ट is fundamental principle of multiplication and second is fundamental principle of addition। ਤਾਂ fundamental principle of multiplication ਨੂੰ डिस्कस ਕਰਨ ਤੋਂ ਪਹਿਲਾਂ ਆਪਾਂ ਇੱਕ एग्जांपल ਨੂੰ ਦੇਖਦੇ ਹਾਂ। ਤਾਂ ਦੇਖੋ ਸਪੋਜ਼ ਕਰੋ ਆਪਣੇ ਕੋਲ 3 ਸ਼ਰਟਸ ਹੈ and 4 ਆਪਣੇ ਕੋਲ ਜੀਨਸ ਹੈ। ਤਾਂ ਦੇਖੋ ਆਪਾਂ ਕਿੰਨੇ ਡਿਫਰੈਂਟ ਪੇਅਰਸ ਕਰਕੇ ਆਪਾਂ ਵੇਅਰ ਕਰ ਸਕਦੇ ਹਾਂ। ਤਾਂ ਦੇਖੋ शर्ट 1 ਦੇ ਨਾਲ जीन 1, शर्ट 1 ਦੇ ਨਾਲ जीन 2, शर्ट 1 ਦੇ ਨਾਲ जीन 3, शर्ट 1 जीन 4। सिमिलरली ਹੁਣ शर्ट 2 ਦੇ ਨਾਲ ਵੇਅਰ ਕਰ ਸਕਦੇ ਹਾਂ शर्ट 2 जीन 1, शर्ट 2 जीन 2, शर्ट 2 जीन 3, शर्ट 2 जीन 4। नेक्स्ट शर्ट 3 जीन 1, शर्ट 3 जीन 2, शर्ट 3 जीन 3, शर्ट 3 जीन 4। ਤਾਂ ਆਪਾਂ ਕਿੰਨੇ ਪੋਸੀਬਲ ਵੇਜ਼ ਨਾਲ ਆਪਾਂ ਕਰ ਸਕਦੇ ਹਾਂ। ਤਾਂ ਦੇਖੋ ਕਾਊਂਟ ਕਰੋ ਆਪਣੇ ਕੋਲ ਕਿੰਨੇ ਹੈ 12। ਤੇ ਇਸ 12 ਦਾ ਆਪਣੇ ਕੋਲ ਆਨਸਰ ਜੇ ਆਪਾਂ ਡਾਇਰੈਕਟ ਲਿਖਣਾ ਹੋਵੇ ਤਾਂ 3 into 4 we will get 12। ਤਾਂ ਆਪਾਂ ਇੱਕ ਐਗਜ਼ਾਮਪਲ ਨੂੰ ਲੈ ਕੇ ਦੇਖ ਲਿਆ। ਤਾਂ ਦੇਖੋ ਜੇ 3 ਸ਼ਰਟਸ ਹੈ 4 ਜੀਨਸ ਹੈ ਤਾਂ ਟੋਟਲ ਆਪਾਂ ਕਿੰਨੇ ਤਰੀਕੇ ਨਾਲ ਵੇਅਰ ਕਰ ਸਕਦੇ ਆ ਆਪਾਂ 12 ਵੇਜ਼ ਦੇ ਨਾਲ ਇਹਨਾਂ ਆਰਟੀਕਲਸ ਨੂੰ ਆਪਾਂ ਵੇਅਰ ਕਰ ਸਕਦੇ ਆ। ਤਾਂ ਦੇਖੋ ਫੰਡਾਮੈਂਟਲ ਪ੍ਰਿੰਸੀਪਲ ਆਫ ਮਲਟੀਪਲੀਕੇਸ਼ਨ ਕੀ ਕਹਿੰਦਾ ਹੈ ਜਦੋਂ ਆਪਾਂ 1 from each, ਜਦੋਂ ਹਰ ਇੱਕ ਚੀਜ਼ ਤੋਂ ਆਪਾਂ ਇੱਕ ਸ਼ਰਟ ਚੂਜ਼ ਕਰਨੀ ਹੈ ਐਂਡ ਇੱਕ ਜੀਨ, ਦੋਵਾਂ ਚੋਂ ਇੱਕ ਇੱਕ ਚੀਜ਼ ਚੂਜ਼ ਕਰਨੀ ਹੈ ਤਾਂ ਆਪਾਂ ਕੀ ਕਰਨਾ ਹੈ ਮਲਟੀਪਲਾਈ। ਤਾਂ ਦੇਖੋ ਨੰਬਰ ਆਫ ਵੇਜ਼ ਆਫ ਦੀ ਅਕਰੈਂਸ ਆਫ ਇਵੈਂਟ A, ਸਪੋਜ਼ ਕਰੋ ਇਵੈਂਟ A ਆਪਣੇ ਕੋਲ m ਵੇਜ਼ 'ਚ ਹੋ ਰਿਹਾ ਹੈ and event B अपने कोल n ways च। the number of ways of simultaneous occurrence of both events की है m n, m multiply n, जो ਆਪਾਂ ਇੱਥੇ ਇੱਕ एग्जांपल ਦੇ ਵਿੱਚ
देखें। नेक्स्ट इज फंडामेंटल प्रिंसिपल ऑफ एडिशन। फंडामेंटल प्रिंसिपल ऑफ एडिशन ਨੂੰ ਤੁਸੀਂ ਕਿਸ ਤਰ੍ਹਾਂ ਲਰਨ ਕਰ ਸਕਦੇ ਹੋ? वन फ्रॉम ऑल, ਜਦੋਂ ਆਪਾਂ ਹਰ ਇੱਕ ਚੀਜ਼ ਚੋਂ ਇੱਕ ਚੀਜ਼ ਹੋਵੇ ਤਾਂ ਕੀ ਲੈਣਾ ਆਪਾਂ? ਪਲੱਸ। ਤਾਂ ਦੇਖੋ ਸਪੋਜ਼ ਕਰੋ ਇਵੈਂਟ A ਆਪਣੇ ਕੋਲ m ਵੇਜ਼ ਨਾਲ ਹੋ ਰਿਹਾ ਹੈ ਐਂਡ ਇਵੈਂਟ B ਆਪਣੇ ਕੋਲ n ਵੇਜ਼ ਦੇ ਨਾਲ ਹੋ ਰਿਹਾ ਹੈ। the total number of ways of the occurrence of either of them, ਇਹਨਾਂ ਦੋਵਾਂ ਚੋਂ ਕੋਈ ਵੀ ਚੀਜ਼ ਚਾਹੇ ਇੱਕ ਹੋਵੇ ਤਾਂ ਕਿੰਨੇ ਆਪਣੇ ਕੋਲ ਆਪਸ਼ਨਸ ਹੈ? m plus n। is it clear? ਤੇ ਨੈਕਸਟ ਆਪਣੇ ਕੋਲ ਕੁਐਸਚਨਸ ਹੈ। ਤਾਂ ਦੇਖੋ ਪਰਮਿਊਟੇਸ਼ਨ ਐਂਡ ਕੰਬੀਨੇਸ਼ਨ ਦੇ ਕੁਐਸਚਨਸ ਬਹੁਤ ਈਜ਼ੀ ਹੁੰਦਾ ਹੈ। ਜਸਟ ਤੁਸੀਂ ਸਟ੍ਰੈਸ ਕਿਹਦੇ ਤੇ ਦੇਣਾ ਹੈ? ਕੁਐਸਚਨ ਦੀ ਵਰਡਿੰਗ ਦੇ ਉੱਪਰ। ਜੇ ਕੁਐਸਚਨ ਸਮਝ ਆ ਗਿਆ ਤਾਂ ਜੇ क्वेश्चन समझ आ गया तो उस तो बाद बहुत इजी है। तो देखो जे क्वेश्चन नहीं समझ आया तो उसको दो बार रीड कर लो, बट बिना क्वेश्चन समझे हुए आप आंसर नहीं करना। तो देखो फर्स्ट क्वेश्चन की है, a room has 6 doors, in how many ways can a man enter the room through one door and come out through the different door? ठीक कह रहे हैं एक रूम के अंदर कितने अपने कोल डोर्स है? 6 गेट लगे हुए है। कोई पर्सन है ਉਹਨਾਂ ਦੇ ਰੂਮ ਦੇ ਅੰਦਰ ਕਿੰਨੇ ਤਰੀਕੇ ਨਾਲ ਜਾ ਸਕਦਾ ਹੈ? 6 ਤਰੀਕੇ ਨਾਲ ਜਾ ਸਕਦਾ ਹੈ। ਐਂਡ ਉਹ ਕੀ ਕਹਿ ਰਿਹਾ ਹੈ? ਪਰ ਜਿਸ ਗੇਟ ਤੋਂ ਉਹ ਅੰਦਰ ਜਾ ਰਿਹਾ ਉਸੇ ਗੇਟ ਤੋਂ ਵਾਪਸ ਨਹੀਂ ਆ ਰਿਹਾ। ਤੇ ਇਸ ਨੂੰ ਆਪਾਂ ਕਿਵੇਂ ਕਰਾਂਗੇ? ਰੂਮ ਦੇ ਅੰਦਰ ਐਂਟਰ ਹੋਣ ਲਈ ਉਸ ਮੈਨ ਕੋਲ ਕਿੰਨੇ ਆਪਸ਼ਨਸ ਹੈ? 6 ਡੋਰਸ ਹੈ। ਐਂਡ ਬਾਹਰ ਆਉਣ ਲਈ ਕਿੰਨੇ ਆਪਸ਼ਨਸ ਹੈ? 5 ਕਿਉਂ ਲਿਆ? ਕਿਉਂਕਿ ਜਿਸ ਗੇਟ ਤੋਂ ਐਂਟਰ ਹੋ ਰਿਹਾ ਉਸ ਤੋਂ ਵਾਪਸ नहीं आ रहा। तो टोटल अपने कोल 30 वेज नालों की कर सकता है एंटर एंड लीव उस रूम को। नेक्स्ट है हाउ मेनी numbers are there between 100 and 1000 such that every digit is either 2 or 9। वो कहते हैं 100 ਤੇ 1000 ਦੇ ਬਿਟਵੀਨ ਕਿੰਨੇ ਨੰਬਰਸ ਲਾਏ ਕਰਦੇ ਆ ਜੋ ਸਿਰਫ 2 ਤੇ 9 ਡਿਜਿਟ ਦੇ ਨਾਲ ਬਣੇ ਹੋਣ। ਤਾਂ ਦੇਖੋ ਪਹਿਲਾਂ ਆਪਾਂ ਦੇਖਦੇ ਕਿੰਨੇ ਡਿਜਿਟ ਨੰਬਰ ਹੋਣਗੇ। 100 ਤੇ 1000 ਦੇ ਬਿਟਵੀਨ ਲਾਏ ਕਰਦਾ ਹੈ। ਇਟ ਮੀਨਸ ਉਹ ਆਪਣੇ ਕੋਲ ਨੰਬਰ ਕੀ ਹੋਊਗਾ? 3 ਡਿਜਿਟ ਨੰਬਰ ਹੋਊਗਾ। ਫਿਰ ਉਹ ਕੀ ਕਹਿੰਦੇ ਆ ਕਿ ਜਾਂ ਤਾਂ ਆਪਾਂ ਡਿਜਿਟ 2 ਹੋ ਸਕਦਾ ਹੈ ਜਾਂ 9 ਹੋ ਸਕਦਾ। ਆਪਣੇ ਕੋਲ ਆਪਸ਼ਨਸ ਕਿੰਨੀਆਂ ਹੋ ਗਈਆਂ? 2। ਇੱਥੇ ਜਾਂ ਤਾਂ 2 ਹੋ ਸਕਦਾ ਹੈ ਜਾਂ 9 ਹੋ ਸਕਦਾ ਹੈ। ਆਪਣੇ ਕੋਲ ਆਪਸ਼ਨਸ ਕਿੰਨੀਆਂ ਹੈ? 2। ਸੇਮ ਇੱਥੇ ਵੀ ਦੋ ਆਪਸ਼ਨਸ ਹੈ, ਇੱਥੇ ਵੀ ਦੋ ਆਪਸ਼ਨਸ ਹੈ। ਟੋਟਲ ਆਪਣੇ ਕੋਲ ਕਿੰਨੇ ਵਰਡਸ ਬਣ ਜਾਣਗੇ? 8। इज इट क्लियर? Next देखो find the number of different signals that can be generated by arranging 5 flags taking at least 2 flags। वो कहते हैं किन्ने तरीके नाल ਆਪਾਂ अलग-अलग different signals बना सकते हैं। जो अपने कोल different colors ਦੇ flag है and हर signal ਨੂੰ ਦੇਣ ਲਈ ਆਪਾਂ ਨੂੰ at least 2 flags ਦਾ use ਕਰਨੀ ਹੈ। at least word ਦਾ मतलब ਕੀ ਹੈ? ਘੱਟੋ ਘੱਟ 2 फ्लैग ਦਾ यूज करने ही करने हैं, 2 तो ज्यादा यूज कर सकते हैं। तो इस क्वेश्चन ਨੂੰ ਕਿਵੇਂ ਕਰਾਂ? ਦੇਖੋ 2 ਫਲੈਗਸ ਜਾਂ ਤਾਂ ਆਪਾਂ ਸਿਗਨਲ ਨੂੰ 2 ਫਲੈਗਸ ਨਾਲ ਦਈਏ ਜਾਂ ਸਿਗਨਲ ਨੂੰ 3 ਫਲੈਗਸ ਨਾਲ ਜਾਂ 4 ਫਲੈਗਸ ਨਾਲ ਜਾਂ 5 ਫਲੈਗਸ ਨਾਲ। ਠੀਕ ਹੈ। ਹੁਣ ਦੇਖੋ ਜੇ ਆਪਾਂ 2 ਫਲੈਗਸ ਨਾਲ ਦੇ ਰਹੇ ਹਾਂ ਤਾਂ ਫਰਸਟਲੀ ਆਪਣੇ ਕੋਲ ਕਿੰਨੇ ਆਪਸ਼ਨ ਹੈ? 5 ਫਲੈਗਸ ਹੈ ਆਪਸ਼ਨ ਆਪਣੇ ਕੋਲ प्लेस। नेक्स्ट जगह ते अपने कोल ऑप्शंस कितने हैं? 4। सिमिलरली जे अपने कोल 3 फ्लैग्स है तो फर्स्टली ऑप्शन 5, अगले लिए 4, अगले लिए 3। एंड जे अपने कोल 4 है तो पहले लिए 5 फिर 4 फिर 3 एंड फिर 2। सेम हुन अपने कोल जे अपने कोल 5 फ्लैग्स है पहले लिए 5 ऑप्शन फिर 4 है फिर 3 है फिर 2 है एंड नेक्स्टली की अपने कोल एक ही ऑप्शन है। 5 4s are 20 एंड 20 इथे अपने को लेना नु मल्टीप्लाई करके आ गया 60। ये अपने को आ गया 120 प्लस 120 120 एंड 120 240 240 प्लस 60 300। अपने को 320 डिफरेंट सिग्नल्स जनरेट कर सकते हैं। इज इट क्लियर? नेक्स्ट देखो NPR नोटेशन का की मतलब है। NPR ਦਾ मतलब है n ਚੀਜ਼ਾਂ ਵਿੱਚੋਂ ਆਪਾਂ r ਚੀਜ਼ਾਂ ਨੂੰ ਅਰੇਂਜ ਕਰ ਰਹੇ ਹਾਂ। n ਆਬਜੈਕਟਸ ਦੇ ਵਿੱਚੋਂ r ਆਬਜੈਕਟਸ ਨੂੰ ਆਪਾਂ ਅਰੇਂਜ ਕਰ ਰਹੇ ਹਾਂ। NPR ਨੂੰ ਆਪਾਂ ਓਪਨ ਕਿਸ ਤਰ੍ਹਾਂ ਕਰਦੇ ਹਾਂ? ਦੇਖੋ n ਫੈਕਟੋਰੀਅਲ upon n minus
r फैक्टोरियल। जे आप डायरेक्ट क्वेश्चंस दे विच लिखना है तो किवें करांगे, n pr इज इक्वल टू n इंटू n माइनस 1 n माइनस 2 अप टू n माइनस r प्लस 1। तो नेक्स्ट क्वेश्चन देखो, np4 इज इक्वल टू 20 np2। तो आप डायरेक्ट इस चीज नु यूज करते हुए इथे किवें करांगे, देखो n माइनस 1 n माइनस 2 n माइनस 3 इज इक्वल टू 20 इंटू इथे की होगा n माइनस 1। इज इट क्लियर? तो देखो हुन n कैंसल, n माइनस 1 n माइनस 1 कैंसल, तो n माइनस 2 इंटू n माइनस 3 अपने को किया गया 20। तो n माइनस 2 इंटू n माइनस 3 इसनु आप इक्वल करेंगे, इनु ब्रेक करो 4 इंटू 5। तो देखो आप n माइनस 3 नु 4 दे इक्वल करांगे, n माइनस 3 इज इक्वल टू 4 n इज इक्वल टू 7। इस तरह क्वेश्चन करांगे। क्यों आप ਇਹਨਾਂ ਦੋਵਾਂ ਨੂੰ ਹੀ ਕਿਉਂ ਇਕੁਏਟ ਕੀਤਾ ਹੈ, ਤਾਂ ਦੇਖੋ -3 ਦਿੱਤਾ ਹੋਇਆ ਹੈ, ਇਹਦੇ ਚ +1 ਕਰਾਂਗੇ ਆਪਾਂ ਨੂੰ ਕੀ ਮਿਲੂਗਾ n-2। ਸਿਮਿਲਰਲੀ 4 ਦੇ ਵਿੱਚ +1 ਕਰਦੇ ਆ ਤਾਂ ਕੀ ਮਿਲ ਰਿਹਾ 5। ਤਾਂ ਆਪਾਂ ਇਹਨਾਂ ਦੋਵਾਂ ਨੂੰ ਇਕੁਏਟ ਕਰਕੇ ਆਪਣੇ ਕੋਲ n ਦੀ ਵੈਲਿਊ ਕੀ ਆ ਗਈ 7। नेक्स्ट देखो अपने को कुछ इंपॉर्टेंट रिजल्ट्स है। तो देखो नंबर ऑफ द परम्यूटेशंस ऑफ n डिस्टिंक्ट ऑब्जेक्ट्स टेकन ऑल एट अ टाइम। जी बिना रेपिटेशन तो है तो फिर n फैक्टोरियल है आंसर, जी विद रेपिटेशन है n रेज टू पावर n। तो इसनु ਆਪਾਂ ਇੱਕ एग्जांपल ਨਾਲ ਦੇਖਦੇ ਹਾਂ। ਸਪੋਜ਼ ਕਰੋ ਆਪਾਂ ਨੂੰ ਡਿਜਿਟਸ ਦਿੱਤੇ ਹੈ 4 5 ਤੇ 6, ਆਪਾਂ 3 ਡਿਜਿਟ ਨੰਬਰ ਬਣਾਉਣੇ ਹੈ ਤਾਂ ਆਪਾਂ ਡਿਜਿਟਸ ਨੂੰ ਰਿਪੀਟ ਨਹੀਂ ਕਰਨਾ। तो फर्स्ट प्लेस ते अपने को ऑप्शंस कितनी है 3, जा 4 आ सकते जा 5 आ सकते जा 6। तो नेक्स्ट प्लेस लिए अपने को ऑप्शंस कितनी रह गई 2, नेक्स्ट लिए 1 तो अपने को की आ गया 6। इसनु की लिख सकते हैं 3 फैक्टोरियल जो अपने को इथे लग रहा है। एंड जे डिजिट्स रिपीट हो सकते हैं। फर्स्ट प्लेस के ऑप्शंस 3 है, फिर 3 चॉइसेस है, फिर 3 तो की आ गया 3 रेज टू पावर 3। तो अपने को आ चीज अप्लाई हो रही। नेक्स्ट देखो नंबर ऑफ द परम्यूटेशंस ऑफ n डिफरेंट ऑब्जेक्ट्स टेकन r एट अ टाइम। जी आपा r चीज़ां नु ले रहे हैं एंड विदाउट रेपिटेशन रिपीट नहीं हो रही तो n फैक्टोरियल अपॉन n माइनस r फैक्टोरियल एंड से रिपीट हो सकती है फिर n दी पावर r। सपोज करो अपने को 1 2 7 तीन डिजिट्स दिते हुए है एंड आप 2 डिजिट नंबर बनाने। तो फर्स्ट प्लेस पे अपने को कितने चॉइसेस है 3, नेक्स्ट ले भी 3 तो टोटल की आ गया 3 रेज टू पावर 2। एक ही आप डिजिट्स नु रिपीट कर सकते सी। जे रिपीट नहीं कर सकते तो देखो पहले थे 3 अगले लिए ऑप्शंस 2 तो की आ गया 6। तो आ चीज अप्लाई होगी। तुसी डायरेक्ट भी कर सकते हो, इस चीज को अप्लाई करके भी कर सकते हो। नेक्स्ट देखो परम्यूटेशंस ऑफ n ऑब्जेक्ट्स, उन्हां विचों p1 ऑब्जेक्ट्स अपने एक तरह दे है, p2 ऑब्जेक्ट्स दूसरी तरह दे है, बाकी सारे अलग है। तो ਉਹਦੇ ਲਈ सपोज करो ਇਹਦੇ ਲਈ ਆਪਾਂ ਕਿਵੇਂ ਲਿਖ ਸਕਦੇ ਹਾਂ। सपोज करो ਆਪਾਂ ਨੂੰ एलिमेंट्स कुछ इस तरीके ਦੇ ਦਿੱਤੇ ਹੋਏ ਹੈ। ਤਾਂ देखो कितने है 1 2 3 4 5 6 7। ਆਪਾਂ ਕੀ ਲਿਖਾਂਗੇ ਇਹਨੂੰ 7 फैक्टोरियल अपॉन a कितने बार रिपीट हो रहा है 3 बार तो की आ गया अपॉन 3 फैक्टोरियल। b कितने बार रिपीट हो रहा है 2 बार तो की आ गया 2 फैक्टोरियल। इनु आप बोल दिया परम्यूटेशन ऑफ अलाइक ऑब्जेक्ट्स। नेक्स्ट देखो नंबर ऑफ द परम्यूटेशंस ऑफ n डिस्टिंक्ट ऑब्जेक्ट्स टेकन r एट अ टाइम। जदों एक पर्टिकुलर ऑब्जेक्ट नु ਆਪਾਂ ਕਦੇ ਵੀ ਨਹੀਂ ਲੈ ਰਹੇ, ਆਪਾਂ n ऑब्जेक्ट्स चों कितने ਚੱਕਨੇ है r, बट एक नु ਆਪਾਂ ਕਦੇ ਵੀ ਨਹੀਂ ਲੈ ਰਹੇ। ਜਿਹਨੂੰ ਨਹੀਂ ਲੈ ਰਹੇ ਉਹਨੂੰ ਪਹਿਲੇ ਮਾਈਨਸ ਕਰ ਦੋ n-1, ਉਹਦੇ ਵਿੱਚੋਂ ਕਿੰਨੇ ਚੱਕਨੇ ਆਪਾਂ r ਨੂੰ ਅਰੇਂਜ ਕਰਨਾ ਹੈ। नेक्स्ट है ऑलवेज इंक्लूडेड। ਜਦੋਂ ਆਪਾਂ ਨੂੰ ਪਤਾ ਹੀ ਹੈ ਇੱਕ ਆਬਜੈਕਟ ਤਾਂ ਆਪਾਂ ਲੈਣਾ ਹੀ ਹੈ ਤੇ n-1 p r-1, ਫਿਰ ਇੱਥੇ ਆਪਾਂ r ਨਾਲ ਮਲਟੀਪਲਾਈ ਵੀ ਕਰਨਾ ਹੈ ਕਿਉਂਕਿ ਆਪਣੇ ਕੋਲ ਆਪਸ਼ਨਸ ਕਿੰਨੀਆਂ ਹੋ ਗਈਆਂ r ਚੋਂ ਕੋਈ ਵੀ ਚੀਜ਼ ਨੂੰ ਆਪਾਂ ऑलवेज इंक्लूडेड ਦੇ ਵਿੱਚ ਕੰਸੀਡਰ ਕਰ ਸਕਦੇ। If n things are arranged in such a way, ਜਦੋਂ r ਚੀਜ਼ਾਂ ਨੂੰ ਆਪਾਂ ਅਰੇਂਜ ਕੀਤਾ ਹੈ such that ਕਿ ਜਦੋਂ
आर पर्टिकुलर थिंग्स कम टुगेदर, जो आर पर्टिकुलर चीजा हमेशा सेम होन, दोवां दा ऑर्डर सेम होवे, फिर n माइनस आर प्लस 1, तो जे ऑर्डर सेम नहीं है n माइनस आर प्लस 1 फैक्टोरियल इंटू आर फैक्टोरियल, इसनू आपां एक एग्जांपल दे नाल समझ सकते हैं। तो देखो सपोज करो अपने कोल आपां नू ऑब्जेक्ट्स दिते ए बी सी डी ते ई, उन्होंने आपां नू कहा कि ए बी सी नू हमेशा की करना है, ए ते बी नू हमेशा आपां इकट्ठा रखना है, ठीक है, ए ते बी नू हमेशा की है इकट्ठा, मतलब इनू आपां एक कंसीडर करांगे, ठीक है। हुण देखो उन्होंने कहा ए ते बी नू इकट्ठा करना है, बट ऑर्डर दी गल नहीं की, ते ए बी नू आपां इस तरह भी तो अरेंज कर सकते हैं, बी ए हुण भी तो ए बी एंड बी ए अपने कोल इकट्ठे ही है, इत्थे भी ए बी इकट्ठे है, इत्थे भी इकट्ठे है, तो अपने कोल ये आपस च किवें अरेंज हो सकती है 2 फैक्टोरियल। तो देखो जे ए बी नो आपां एक यूनिट मान लिया 1 2 3 4, अपने कोल कितने हो गए 4, ते इत्थे की आ जाऊगा अपने कोल 4 फैक्टोरियल। इज इट क्लियर? जे वो कह रहे हैं कि ए हमेशा जिहड़ा बी है वो अपना की है ए दी राइट साइड है, तो क्वेश्चन नु सुनो, जो कैन बी हमेशा की हुए ए दे राइट साइड, तो हमेशा आपां नू ए बी इस तरह ही अरेंज करना पऊगा, तो उहदे लई आपां चीज नहीं लिखांगे, अपने कोल आंसर की होगा कल्ला 4 फैक्टोरियल। नेक्स्ट है इफ द n डिजिट्स आर गिवन, जदों आपां नू n डिजिट्स दिते है ते 0 उन्हां दे विच इंक्लूडेड नहीं है, तो उन्होंने क्या है नंबर ऑफ आर डिजिट नंबर फॉर्म्ड बाय देम, तो इस फार्मूले नाल कर सकते हैं। इत्थे क्या अपने को डिस्टिंक्ट डिजिट्स बनाने, रिपीट नहीं करने, ठीक है। सपोज करो आपां नू 0 तो लेके 1, 0 उन्होंने क्या है नॉट इंक्लूडेड, तो देखो सपोज करो 1 2 3 एंड अप टू 9 तक अपने को डिजिट्स दिते हुए है, एंड आपां 3 डिजिट नंबर बनाने, फर्स्ट प्लेस से अपने को 9 चॉइसेस है, अगले लई 8, अगले लई 7, तो जे तुसी आ फार्मूला अप्लाई करोगे तो आंसर फिर भी सेम आऊगा, जिस तरह मर्जी कर लोगे। इज इट क्लियर? एंड जे आपां की करदे आ, जे आपां 0 ਨੂੰ इंक्लूड करदे आ, ठीक है, फिर किवें है आंसर आपां इस तरीके नाल भी लिख सकदे आ, इस तरीके नाल। पहले समझो ये क्यों लिखा है, एनपीआर दा मतलब की है कि फर्स्ट प्लेस से चाहे 0 आ जाए, कोई मर्जी नंबर, ਉਹਨੂੰ ਆਪਾਂ ਟੋਟਲ ਆਪਣੇ ਕੋਲ ਇੰਨੇ ਵੇਜ਼ ਨਾਲ ਆਪਾਂ ਉਹਨੂੰ ਅਰੇਂਜ ਕਰ ਸਕਦੇ ਆ, ਇਹਦੇ ਵਿੱਚ ਆਪਾਂ 0 ਨੂੰ ਨਹੀਂ ਲੈ ਰਹੇ। ਇਜ਼ ਇਟ ਕਲੀਅਰ? ਤਾਂ ਆਟੋਮੈਟਿਕਲੀ ਜਿਹੜੇ ਨੰਬਰਸ ਦੇ ਵਿੱਚ 0 ਫਰਸਟ ਪਲੇਸ ਤੇ ਆ ਰਿਹਾ ਸੀ ਉਹ ਚੀਜ਼ ਇਹਨਾਂ ਚੋਂ ਸਬਟ੍ਰੈਕਟ ਹੋ ਜੂਗੀ, ਉਹਨਾਂ ਦੀ ਕਾਊਂਟਿੰਗ ਹਟ ਜੂਗੀ। ਜੇ ਆਪਾਂ ਵੈਸੇ ਸਿੱਧੇ ਕਰਕੇ ਦੇਖੀਏ ਤਾਂ ਦੇਖੋ 0 1 2 3 ਅਪ ਟੂ ਆਪਣੇ ਕੋਲ 9 ਤੱਕ ਆਪਣੇ ਕੋਲ ਡਿਜਿਟਸ ਹੈ, ਐਂਡ ਆਪਾਂ 3 ਡਿਜਿਟ ਨੰਬਰ ਬਣਾਉਣਾ, ਆਪਾਂ ਨੂੰ ਪਤਾ ਫਰਸਟ ਪਲੇਸ ਤੇ 0 नहीं आ सकता, तो की आ सकता है 1 2 3 अप टू 9 ऑप्शंस है, ठीक है। हुन जिहड़ा डिजिट इत्थे आ गया वो इत्थे नहीं आ सकता, तो अपने कोल फिर अगेन ऑप्शंस कितनियां हो गईयां 9, एंड अगले ते की होगी 8। इस तरह आपा कर सकते हैं। इज इट क्लियर? एक और रिजल्ट देखो, इफ n digits are given then the sum of n digit numbers formed by them is n minus 1 factorial into sum of digits into 1 plus 10 raised to power 2 plus 10 raised to power 3 plus so on up to 10 raised to power n minus 1। इस रिजल्ट ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ। ਸਪੋਜ਼ ਕਰੋ ਆਪਣੇ ਕੋਲ ਕੀ ਹੈ, ਆਪਾਂ ਨੂੰ ਤਿੰਨ ਡਿਜਿਟਸ ਦਿੱਤੇ ਹੈ 1 2 3, ਠੀਕ ਹੈ, ਐਂਡ ਆਪਾਂ ਇਹਨਾਂ ਦੀ ਹੈਲਪ ਨਾਲ 3 ਡਿਜਿਟ ਨੰਬਰ ਆਪਾਂ ਬਣਾਉਣੇ ਹੈ, ਠੀਕ ਹੈ, ਐਂਡ ਉਹਨਾਂ ਦਾ ਕੀ ਫਾਈਂਡ ਆਊਟ ਕਰਨਾ ਹੈ ਸਮ, ਠੀਕ ਹੈ। ਆਪਾਂ ਸਮ ਫਾਈਂਡ ਕਰਨਾ ਹੈ n डिजिट नंबर्स का। देखो 3 डिजिट दिते है तो 3 डिजिट दे ਆਪਾਂ नंबर्स बनाने एंड ਉਹਨਾਂ ਦਾ सम फाइंड आउट करना है। ਆਪਾਂ ਕਿਵੇਂ ਲਿਖ ਸਕਦੇ ਹਾਂ, ਜਾਂ 123 132 ਹੋ ਸਕਦਾ ਹੈ, ਜਾਂ 231 ਹੋ ਸਕਦਾ ਹੈ, 213 ਹੋ ਸਕਦਾ ਹੈ, ਆਪਣੇ ਕੋਲ 312 ਹੋ ਸਕਦਾ ਹੈ, 321 ਹੋ ਸਕਦਾ है। यही अपने को पॉसिबल बनते हैं, ठीक है। ज्यादा तुसी इन्हां नू प्लस करके कर लो, जा डायरेक्ट इस नू आपां किवें लिखना है, देखो पहला की करना है n माइनस 1 फैक्टोरियल, फिर की करना है इनटू सम ऑफ डिजिट्स, उन्हां दे डिजिट्स नू सम, इनटू
1 1 1 ਆਪਾਂ ਕਿੰਨੇ ਵਾਰੀ ਲਿਖਣਾ ਹੈ ਜਿੰਨੇ ਆਪਣੇ ਕੋਲ ਕੀ ਹੈ ਨੰਬਰ ਆਫ ਡਿਜਿਟਸ ਤੇ ਇੱਥੇ ਆਪਾਂ ਅਪਲਾਈ ਕਰਕੇ ਦੇਖਦੇ ਹਾਂ n ਕਿੰਨਾ ਸੀ 3 3 1 in factorial sum of digits मतलब ਇਹਨਾਂ ਨੂੰ ਪਲੱਸ ਕਰਨਾ ਹੈ 1 plus 2 plus 3 into 1 1 ਕਿੰਨੇ ਵਾਰੀ ਲਿਖਣਾ ਹੈ ਜਿੰਨੇ ਆਪਣੇ ਕੀ ਹੈ digits ਹੈ digits ਕਿੰਨੇ ਸੀ 3 तो 1 1 1 ਇੱਥੇ ਆਪਣੇ ਕੋਲ ਕੀ ਹੋਊਗਾ 2 into 6 into 1 1 1 12 into 1 1 1 ਆਪਣੇ ਕੋਲ ਆ ਗਿਆ ਕੁਛ ਇਦਾਂ ਦਾ ਹੁਣ ਆਪਾਂ ਚੈੱਕ ਕਰਦੇ ਹਾਂ ਕਿ ਇਹਨਾਂ ਨੂੰ ਪਲੱਸ ਕਰਕੇ ਵੀ ਆਪਣੇ ਕੋਲ ਇਹੀ ਨੰਬਰ ਆ ਰਿਹਾ ਹੈ ਤਾਂ ਦੇਖੋ 123 ਲਿਖਿਆ ਸੀ 132 फिर 231 213 312 and 321 अपने कोल देखो सेम अपने कोल कितना होगा इत्थे ऐड करन तो बाद आंसर की है दोवां च सेम इत्थे चाहे आ चीज अप्लाई करो चाहे आ अप्लाई करो वन एंड द सेम थिंग अपन आंसर सेम मिलेगा नेक्स्ट है क्वेश्चंस देखो अपन जिहड़े रिजल्ट्स हुण तक करके आए हां उन्हां दे बेसिस ते यह क्वेश्चंस है देखो in how many ways can the letters of the word pencil word ਦੇ letters ਨੂੰ ਆਪਾਂ ਅਰੇਂਜ ਕਰਨਾ ਹੈ ਕੰਡੀਸ਼ਨ ਕੀ ਦਿੱਤੀ ਹੈ n is always next to e n is always next to e it means e ਤੋਂ ਬਾਅਦ ਕੀ ਹੋਣਾ ਚਾਹੀਦਾ ਹੈ n ਇਹਨਾਂ ਨੂੰ ਆਪਾਂ ਇੱਕ ਯੂਨਿਟ ਮੰਨਣਾ ਹੈ and फिर अपने कोल p एक c i and n ਇਹਨਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ तो आंसर किया होगा 1 2 3 4 5 तो किया गया 5 फैक्टोरियल नेक्स्ट च की आख्या n and e are always together n ਤੇ e हमेशा सेम हो सकती है हमेशा टुगेदर होण मतलब e n होवे चाहे n e होवे ਇਹਨਾਂ ਨੂੰ ਆਪਸ ਵਿੱਚ ਦੋ ਫੈਕਟੋਰੀਅਲ ਨਾਲ ਆਪਾਂ ਅਰੇਂਜ ਕਰ ਸਕਦੇ ਹਾਂ तो this will be the answer ਇੱਥੇ ਆਪਣੇ ਕੋਲ ਕੀ ਹੋਊਗਾ 120 into 2 we will get 240 next देखो in how many ways can 5 boys and 3 girls can be seated in a row 5 boys है 3 girls है ਉਹਨਾਂ ਨੂੰ ਆਪਾਂ ਇੱਕ ਲਾਈਨ ਦੇ ਵਿੱਚ ਬਿਠਾਉਣਾ ਹੈ so that no two girls are together girls ਕਦੇ ਵੀ ਇਕੱਠੀਆਂ ਨਹੀਂ ਹੋਣਗੀਆਂ ਤੇ ਇਸ ਕੁਐਸਚਨ ਨੂੰ ਕਿਵੇਂ ਕਰਾਂਗੇ ਪਹਿਲਾਂ ਆਪਾਂ boys ਨੂੰ ਬਿਠਾਵਾਂਗੇ boys ਕਿੰਨੇ ਆਪਣੇ 5 first boy second boy third fourth and 5 ਇਹਨਾਂ ਨੂੰ ਕਿੰਨੇ ਤਰੀਕੇ ਨਾਲ ਅਰੇਂਜ ਕਰ ਸਕਦੇ ਹਾਂ 5 ਫੈਕਟੋਰੀਅਲ ਹੁਣ ਦੇਖੋ ਇੱਕ ਪਲੇਸ ਇੱਥੇ ਐਂਡ ਆਪਣੇ ਕੋਲ ਕਿੰਨੀਆਂ ਪਲੇਸਿਸ ਹੋ ਜਾਣਗੀਆਂ ਦੇਖੋ 6 ਤੇ 6p ਆਪਾਂ ਕਿੰਨੀਆਂ ਗਰਲਸ ਨੂੰ ਬਿਠਾਉਣਾ ਹੈ 6p3 is it clear next question ਦੇਖੋ in how many words can be formed with the letters of the word ordinate word ਦੇ letters ਨੂੰ use ਕਰਕੇ ਆਪਾਂ ਕਿੰਨੇ word ਬਣਾ ਸਕਦੇ ਹਾਂ ਜੋ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਨ ਕੰਡੀਸ਼ਨ ਕੀ ਹੈ vowels occupy odd position ਪਹਿਲਾਂ ਦੇਖੋ ਆਪਾਂ vowels ਤੇ consonants ਨੂੰ ਅਲੱਗ-ਅਲੱਗ ਕਰਦੇ ਆ o r d and i n a t and e and देखो चार अपने कोल की है vowels and चार ही अपने कोल की है consonants तो देखो अपने कोल 8 letters है तो देखो की क्या है vowels हमेशा कितने होन odd place पे odd place केड़ी होगी 1 3 5 7 ये अपने कोल की है odd place है इत्थे आपां सिर्फ की बिठाना है vowels ही रख सकते हैं and places भी 4 है vowels भी 4 है ਤੇ ਕਿੰਨੇ ਤਰੀਕੇ ਨਾਲ ਅਰੇਂਜ ਕਰ ਸਕਦੇ ਆ ਇਹਨਾਂ ਨੂੰ ਆਪਾਂ 4 ਫੈਕਟੋਰੀਅਲ ਨਾਲ ਐਂਡ ਬਾਕੀ ਪਲੇਸਿਸ ਵੀ 4 ਰਹਿ ਗਈਆਂ 4 ਹੀ ਕੌਨਸੋਨੈਂਟਸ ਰਹਿ ਗਏ ਤਾਂ 4 ਫੈਕਟੋਰੀਅਲ 24 into 24 we will get 576 this is the answer next ਆਪਣੇ ਕੋਲ ਹੈ ਸਰਕੂਲਰ ਪਰਮਿਊਟੇਸ਼ਨਸ ਤੇ ਦੇਖੋ ਪਹਿਲਾਂ ਆਪਾਂ ਆਬਜੈਕਟਸ ਨੂੰ ਇੱਕ ਲਾਈਨ ਦੇ ਵਿੱਚ ਲੀਨੀਅਰ ਪਰਮਿਊਟੇਸ਼ਨਸ ਕਰ ਰਹੇ ਸੀ ਹੁਣ ਆਪਣੇ ਕੋਲ ਨੰਬਰ ਆਫ ਸਰਕੂਲਰ permutations तो देखो number of circular arrangement of n distinct objects
n ਆਬਜੈਕਟਸ ਨੂੰ ਆਪਾਂ ਇੱਕ ਸਰਕਲ ਦੇ ਵਿੱਚ ਆਪਾਂ ਅਰੇਂਜ ਕਰਨਾ ਹੈ ਤੇ ਕੀ ਆਨਸਰ ਹੈ n 1 ਫੈਕਟੋਰੀਅਲ। ਤਾਂ ਦੇਖੋ ਸਪੋਜ਼ ਕਰੋ ਆਪਣੇ ਕੋਲ ਸਰਕਲ ਹੈ ਐਂਡ ਆਪਣੇ ਕੋਲ 5 ਪਰਸਨਸ ਹੈ, ਉਹਨਾਂ ਨੂੰ ਆਪਾਂ ਬਿਠਾਉਣਾ ਹੈ ਫਰਸਟ, ਆਪਣੇ ਕੋਲ ਸੈਕੰਡ, ਥਰਡ, ਫੋਰਥ ਐਂਡ ਫਿਫਥ। ਤਾਂ ਦੇਖੋ ਜੋ ਫਰਸਟ ਪਰਸਨ ਇੱਥੇ ਆ ਕੇ ਬੈਠੂਗਾ ਉਹਦੇ ਲਈ ਸਾਰੀਆਂ ਸੀਟਸ ਕੀ ਹੋਣਗੀਆਂ ਸੇਮ, ਤਾਂ ਉਹ ਆਪਣੇ ਕੀ ਹੈ ਇੱਕ ਤਰੀਕੇ ਨਾਲ ਹੀ ਬੈਠ ਸਕਦਾ ਹੈ। ਐਂਡ ਜਦੋਂ ਆਪਣੇ ਕੋਲ ਪਰਸਨ ਫਰਸਟ ਬੈਠ ਗਿਆ ਕਿਸੇ ਸੀਟ ਤੇ ਉਸ ਤੋਂ ਬਾਅਦ ਆਪਣੇ ਕੋਲ ਸੈਕੰਡ ਫਰਸਟ ਪਰਸਨ ਵਾਸਤੇ ਕਿੰਨੇ ਆਪਣੇ ਕੋਲ person 1, person 2, person 3, person 4, person 5। ਤਾਂ ਦੇਖੋ ਫਰਸਟ ਪਰਸਨ ਵਾਸਤੇ ਸਾਰੀਆਂ ਸੀਟਸ ਆਇਡੈਂਟੀਕਲ ਹੈ ਤਾਂ ਇੱਕ ਤਰੀਕੇ ਨਾਲ ਹੀ ਬੈਠ ਸਕਦਾ ਹੈ। ਜਦੋਂ ਫਰਸਟ ਪਰਸਨ ਬੈਠ ਗਿਆ ਤਾਂ ਸੈਕੰਡ ਪਰਸਨ ਕੋਲ ਕਿੰਨੀਆਂ ਆਪਸ਼ਨਸ ਹੈ 4 ਐਂਡ ਥਰਡ ਕੋਲ 3 ਐਂਡ ਫੋਰਥ ਪਰਸਨ ਕੋਲ ਕਿੰਨੀਆਂ ਆਪਸ਼ਨਸ ਹੈ 2 ਐਂਡ ਫਿਫਥ ਕੋਲ ਕਿੰਨੀ ਹੈ 1। ਤੇ ਕੀ ਆ ਗਿਆ 4 ਫੈਕਟੋਰੀਅਲ। ठीक है जी। क्लॉकवाइज एंड एंटी क्लॉकवाइज अरेंजमेंट सेम है तो अपने कोल फिर नंबर ऑफ अरेंजमेंट्स किदे इक्वल है n-1 फैक्टोरियल अपॉन 2। तो देखो नेक्स्ट इस चीज नु आप एक क्वेश्चन दे नाल समझदे हां। तो देखो नंबर ऑफ गार्लैंड्स कैन बी फॉर्म्ड यूजिंग ऑल ऑफ द 6 डिफरेंट फ्लावर्स। अपने को 6 फ्लावर्स है तो देखो फ्लावर 1, फ्लावर 2, फ्लावर 3, फ्लावर 4, फ्लावर 5, फ्लावर 6, 6 फ्लावर्स है एंड ਆਪਾਂ ਨੂੰ ਇਹਦੇ ਨਾਲ ਕੀ ਬਣਾਉਣਾ ਹੈ ਇੱਕ ਗਾਰਲੈਂਡ ਬਣਾਉਣਾ ਹੈ, ਮਾਲਾ ਬਣਾਉਣੀ। ਤੇ ਦੇਖੋ ਇੱਥੇ F1, F2, F3, F4, F5 एंड F6। ਇੱਥੇ ਆਪਾਂ ਇਹਨਾਂ ਨੂੰ ਕਲॉकवाइज ਅਰੇਂਜ ਕਰਤਾ ਹੈ, ਠੀਕ ਹੈ। ਇੱਧਰ ਦੇਖੋ F1, F2, ਇੱਥੇ F3, F4, F5, F6। ਤੇ ਇੱਥੇ ਆਪਣੇ ਕੋਲ ਕੀ ਹੈ ਅਰੇਂਜਮੈਂਟ ਇਹਨਾਂ ਦੀ, ਆਪਣੇ ਕੋਲ ਇੱਥੇ ਆਪਾਂ ਕਲॉकवाइज ਕੀਤਾ ਹੈ, ਇੱਥੇ ਆਪਾਂ ਕਿਹਦੇ ਚ ਕੀਤਾ ਆਪਾਂ ਐਂਟੀ ਕਲॉकवाइज ਡਾਇਰੈਕਸ਼ਨ ਚ। ਤਾਂ ਤੁਸੀਂ ਦੇਖੋਗੇ ਜੇ ਇਸ ਆਪਾਂ ਗਾਰਲੈਂਡ ਨੂੰ ਇਦਾਂ ਕਰਤਾ ਆਪਾਂ ਪੁੱਠਾ ਕਰਤਾ ਤਾਂ ਆਪਾਂ ਨੂੰ ਸੇਮ ਆਹੀ ਚੀਜ਼ ਮਿਲੂਗੀ। ਤਾਂ ਕਰਕੇ ਆਪਾਂ ਕੀ ਕਰਦੇ ਆ n-1 ਫੈਕਟੋਰੀਅਲ ਅਪੋਨ 2। ਤਾਂ ਆਪਣੇ ਕੋਲ 6 - 1 5 ਫੈਕਟੋਰੀਅਲ ਅਪੋਨ 2 5 ਫੈਕਟੋਰੀਅਲ 120 ਹੁੰਦਾ ਅਪੋਨ 2 ਆਪਣੇ ਕੋਲ ਕੀ ਆ ਗਿਆ 60। ਇਜ਼ ਇਟ ਕਲੀਅਰ। ਨੈਕਸਟ ਬਹੁਤ ਇੰਪੋਰਟੈਂਟ ਟੌਪਿਕ ਹੈ ਰੈਂਕ ਇਨ ਦ ਡਿਕਸ਼ਨਰੀ। ਤਾਂ ਆਪਾਂ ਇਸ ਨੂੰ ਇੱਕ ਟ੍ਰਿਕ ਦੇ ਨਾਲ ਕਰਾਂਗੇ। ਤਾਂ ਦੇਖੋ ਸਪੋਜ਼ ਕਰੋ ਆਪਣੇ ਕੋਲ ਵਰਡ ਹੈ ਰੈਂਡਮ। ਤਾਂ ਫਸਟ ਆਫ ਆਲ ਕੀ ਕਰਨਾ ਹੈ ਆਪਾਂ ਅਕੋਰਡਿੰਗ ਟੂ ਦ ਇੰਗਲਿਸ਼ ਅਲਫਾਬੈਟਸ ਦੇ ਵਿੱਚ ਜੋ ਡਿਜਿਟ ਪਹਿਲਾਂ ਜੋ ਲੈਟਰ ਪਹਿਲਾਂ ਆਉਂਦਾ ਉਸ ਨੂੰ ਨੰਬਰ 1 ਦੇਣਾ ਹੈ। ਸੈਕਿੰਡ ਨੰਬਰ ਤੇ ਆ ਰਿਹਾ ਹੈ 2। ਜਿਵੇਂ ਹੁਣ ਦੇਖੋ ਇਹਨਾਂ ਤੋਂ ਸਭ ਤੋਂ ਪਹਿਲਾਂ ਕੀ ਆ ਰਿਹਾ ਹੈ 1 ਐਂਡ ਆਪਣੇ ਕੋਲ A ਆ ਰਿਹਾ ਹੈ। A ਦੇ ਉੱਪਰ ਆਪਾਂ ਨੰਬਰਿੰਗ ਕੀ ਕਰਤੀ 1। ਨੈਕਸਟ ਆਪਣੇ ਕੋਲ D ਇੱਥੇ ਨੰਬਰ 2, ਫਿਰ ਇੱਥੇ 3 4 5 ਐਂਡ 6। ਇਜ਼ ਇਟ ਕਲੀਅਰ। ਨੰਬਰਿੰਗ ਦੇ ਦੋਗੇ। ਹੁਣ ਦੇਖੋ ਹੁਣ ਕੀ ਕਰਨਾ ਹੈ ਤਾਂ ਕੀ ਕਰਨਾ ਹੈ ਥੱਲੇ ਕੀ ਲਿਖਣਾ ਹੈ ਉੱਪਰ ਕੀ ਲਿਖਿਆ ਸੀ 6। 6 ਤੋਂ ਛੋਟੇ ਇਧਰਲੇ ਪਾਸੇ ਕਿੰਨੇ ਡਿਜਿਟਸ ਹੈ ਕਿੰਨੇ ਨੰਬਰਸ ਹੈ ਦੇਖੋ 1 4 2 5 3 ਸਾਰੇ ਛੋਟੇ ਹੀ ਹੈ ਤੇ ਕਿੰਨੇ ਹੈ 5 ਛੋਟੇ ਹੈ। ਹੁਣ ਦੇਖੋ A ਤੋਂ ਉੱਪਰ ਕੀ ਲਿਖਿਆ ਹੈ 1। 1 ਤੋਂ ਕੋਈ ਵੀ ਨੰਬਰ ਛੋਟਾ ਹੈ नहीं है लिख दो 0। ठीक है। ਹੁਣ 4 ਤੋਂ ਛੋਟੇ ਕਿੰਨੇ ਹੈ 2 ਛੋਟਾ ਹੈ 3 ਛੋਟਾ ਹੈ ਤੇ ਇੱਥੇ ਕੀ ਲਿਖਤਾ 2। ਹੁਣ ਦੇਖੋ D ਦੇ ਉੱਪਰ ਕੀ ਲਿਖਿਆ ਹੈ 2। 2 ਤੋਂ ਕੋਈ ਨੰਬਰ ਛੋਟਾ ਹੈ ਲੈਟਰ नंबर छोटा है 2 तो नहीं है तो 0। 5 तो छोटा है 1 एंड 3 तो कितने छोटे हैं कोई भी छोटा नहीं 0। आ चीज लिख लोगे की देखना है जो भी नंबर ऊपर लिखा है ओदे आपां राइट साइड ते देखो किन्ने अपने कोल नंबर्स छोटे है। ठीक है। हुण इधर इत्थे 0 फैक्टोरियल 1 फैक्टोरियल 2 फैक्टोरियल 3 फैक्टोरियल 4 फैक्टोरियल एंड 5 फैक्टोरियल इन्हां नूं की कर दो मल्टीप्लाई। तो देखो 5 फैक्टोरियल 5 into 5 फैक्टोरियल कितना हुंदा है 120। इत्थे तो अपने कोल 0 ही आ जाऊगा। इत्थे देखो 2 into 3 फैक्टोरियल कितना हुंदा अपने कोल 6। इत्थे भी 0 आ जाऊगा। इत्थे
प्लस 1 इंटू 1। तो देखो 5 इंटू अपने को इतने 600, 6 2 12 प्लस 1, तो अपने को आंसर की आ गया 613। नेक्स्ट जो आंसर आया ਉਹਦੇ ਚ 1 प्लस करके ਆਪਾਂ ਕੀ ਲਿਖਣਾ ਹੈ रैंक। नेक्स्ट वर्ड देखो तानिया, ਇੱਥੇ ਆਪਣਾ ਕੋਈ ਵੀ ਲੈਟਰ ਰਿਪੀਟ ਨਹੀਂ ਹੋ ਰਿਹਾ ਸੀ, ਬਟ ਇੱਥੇ ਆਪਣੇ ਕੋਲ ਲੈਟਰ ਰਿਪੀਟ ਹੋ ਰਿਹਾ ਹੈ। ਤੇ ਇਸ ਤਰ੍ਹਾਂ ਦੇ ਕੁਐਸਚਨ ਦਾ ਆਪਾਂ ਰੈਂਕ ਕਿਵੇਂ ਫਾਈਂਡ ਆਊਟ ਕਰਾਂਗੇ, ਚਲੋ ਦੇਖਦੇ ਹਾਂ। सेम जो पैटर्न उत्थे फॉलो कीता सी उही इत्थे, इहनू भी नंबर 1, इहनू भी नंबर 1, इत्थे अपने कोल 2, इत्थे 3, इधर 4। तो देखो 4 तो छोटा, देखो सारे नंबर छोटे है, कितने छोटे है 4, बट देखो टी नू इंक्लूड करके टी तो बाद कितने लेटर्स इधर रिपीट हो रहा है, ए 2 रिपीट हो रहा है, तो अपॉन की करना है 2 फैक्टोरियल। तो देखो 1 तो कोई छोटा है नहीं है, 0 बट ए या 2 रिपीट हो रहा है, अपॉन 2 फैक्टोरियल। एंड नेक्स्ट देखो 3 तो कितने छोटे है अपने कोल 2, कोई भी रिपीट नहीं हो रहा, 2 तो छोटे 1। तो ध्यान रखना है इतने 2 फैक्टोरियल नाल डिवाइड क्यों किया है, क्योंकि टी नू इंक्लूड करते हुए टी तो बाद किन्ने अपने रिपीट हो रही है, 2 बार ए लिखा सी ता 2 फैक्टोरियल, ए तो बाद ए नू इंक्लूड करते हुए किन्ने रिपीट हो रही है, 2 बार ए आ रहा है तो 2 फैक्टोरियल। एन तो बाद कोई भी लेटर रिपीट नहीं हो रहा, ता थल्ले आपां डिवाइड नहीं किया। बाकी सेम प्रोसेस है, 0 फैक्टोरियल, 1 फैक्टोरियल, 2 फैक्टोरियल, 3 फैक्टोरियल एंड 4 फैक्टोरियल। इन्हां नू की करना है मल्टीप्लाई, 4 अपॉन 2 फैक्टोरियल अपने को की होगा 2 इनटू 4 फैक्टोरियल कितना हुंदा है 24। इत्थे अपने को 0 0 इनटू समथिंग 0, इत्थे 2 इनटू 2 प्लस 1 इनटू 1, तो अपने को की आ गया इत्थे 48 प्लस 4 प्लस 1, 48 प्लस 4 52, 52 प्लस 1 53। आपा की क्या सी एंड ते प्लस 1 एक करना है, तो 54 अपना की हो गया वर्ड तानिया दा रैंक हो गया अपने को डिक्शनरी दे विच। ठीक है, नेक्स्ट है सीक्रेट, सेम उसी तरीके नाल ही करांगे आपां। पहला की करना ऊपर आपां नंबरिंग अकॉर्डिंग टू अल्फाबेटिकल ऑर्डर। तो देखो सी नू नंबर 1, नेक्स्ट अपने कोल फिर की आ जाऊगा ई नू दोवां नू 2, फिर अपने कोल फिर इत्थे अपने कोल आ गया 3 4 एंड 5। ठीक है, हुण देखो एस तो बाद किन्ने है, सॉरी 4 तो बाद इधर देखो 4 तो छोटे 2 है, 1 है, 3 है, आ भी 2 है, किन्ने हो गए 4 अपॉन रिपीट हो रहे हैं डिजिट्स, लेटर्स हो रहे हैं 1 2 फैक्टोरियल। इथो 2 तो छोटा एक ही है, अपॉन 2 फैक्टोरियल। 1 तो छोटा कोई भी नहीं, 8 तो छोटा कितने है 3 तो 1 रिपीट भी नहीं हो रहे, 2 तो छोटे नहीं है, इधर भी नहीं है। तो देखो फिर 0 फैक्टोरियल, 1 फैक्टोरियल, 2 फैक्टोरियल, 3 फैक्टोरियल, 4 फैक्टोरियल एंड 5 फैक्टोरियल इन्हां नू मल्टीप्लाई। 4 अपॉन 2 फैक्टोरियल अपने कोल की आ गया 2, इत्थे 2 इंटू 5 फैक्टोरियल कितना हुंदा है 120 प्लस 1/2 इंटू 24, इत्थे अपने कोल की आ गया 1 इंटू 2, अपने कोल बाकी सब जगह 0, तो इत्थे अपने कोल की आ गया 12, 240 प्लस 12 प्लस 2, अपने कोल की आ गया 240 2 54 एंड प्लस 1 आपा करना है ताकि आ गया 255, अपने को इस वर्ड का की आ गया रैंक। नेक्स्ट देखो आपा डिस्कस करते हैं कॉम्बिनेशन। कॉम्बिनेशन दे विच आपा की करते हैं सिलेक्शन ऑफ ऑब्जेक्ट्स। आपा स्टार्टिंग ते देखा सी कॉम्बिनेशन का मतलब की सी सिलेक्शन। ठीक है, तो इनू आपा देखते हैं एक एग्जांपल दे नाल A B C D E।
अपने कोल 5 ऑब्जेक्ट्स है एंड ਆਪਾਂ दो दो दी ग्रुपिंग करनी है तो किवें करांगे ए बी ए सी ए डी ए ई एंड बी सी बी डी बी ई सी डी सी ई एंड डी ई अपने कोल टोटल कितने ग्रुप्स हो जाएंगे अपने कोल 10 तरीके नाल ਆਪਾਂ इस चीज दी सिलेक्शन कर सकते हैं तो देखो पूरे 5 ऑब्जेक्ट्स जो आप ग्रुपिंग कितने दी करी जानी आ 2 दी तो 5c2 किदे इक्वल है 5 फैक्टोरियल अपॉन 3 फैक्टोरियल एंड 2 फैक्टोरियल 5 into 4 into 3 फैक्टोरियल अपॉन 3 फैक्टोरियल into 2 अपने कोल इनु सॉल्व करके भी की आ रहा है 10 तो नेक्स्ट देखो अपने कोल कुछ रिजल्ट्स है NCR की इक्वल है n फैक्टोरियल अपॉन n माइनस r फैक्टोरियल एंड r फैक्टोरियल NC1 दी वैल्यू हमेशा n NCR दी वैल्यू एंड NC n माइनस r दी वैल्यू की हुंदी है सेम NC2 दी की हुंदी है n into n minus 1 upon 2 NPR is equal to NCR into r फैक्टोरियल ਇੱਥੇ ਕੀ ਕਰ ਰਹੇ ਆਪਾਂ ਇਹਨੂੰ ਵੈਸੇ ਦੇਖੀਏ ਆਪਾਂ r ऑब्जेक्ट्स जो n ऑब्जेक्ट्स जो r लेके उन्हां नु अरेंज कर रहे आ ਇੱਥੇ n ऑब्जेक्ट्स जो r लेके उन्हां नु पहला सिलेक्ट कीता फिर उन्हां नु r फैक्टोरियल तरीके नाल अरेंज कीता ता चीज सेम ही है नेक्स्ट देखो NCR प्लस NCR माइनस 1 इन्हां दोवां चों ਵੱਡਾ कौन है r ते r माइनस 1 चों कौन ਵੱਡਾ है r ਤੇ ਇੱਥੇ ਆਪਣੇ ਕੋਲ ਕੀ ਰਹੂਗਾ r ऊपर NC एंड की हो जाएगा n plus 1 NCR upon NCR minus 1 किदे इक्वल है n minus r plus 1 upon r इसनु ਆਪਾਂ ਕਿਵੇਂ ਲਰਨ ਕਰਨਾ ਹੈ r ਉੱਪਰ ਹੈ ਇੱਥੇ r minus 1 ਇਹਨਾਂ ਚੋਂ ਵੱਡਾ ਕੌਣ ਹੈ r तो चीज ਆਪਾਂ सेम ਥੱਲੇ ਲਿਖ ਲਈ एंड ऊपर n minus r plus 1 जे NCA एंड NCB इक्वल है तो की चीज पॉसिबल हो सकती है जा A is equal to B है जा A plus B is equal to N ठीक है ता इन्हां दे बेसिस ते आपां ये सारे रिजल्ट्स आपां बाइनोमियल वाली वीडियो दे विच आपां कीते सी ठीक है तो हुण आपां इन्हां दे बेसिस ते दो क्वेश्चंस दे देखदे हां तो देखो पहला की लिखिਆ इत्थे 47C4 इस चीज नु ਆਪਾਂ एक्सपेंड कर दिया पहला r नु 1 पुट करो तो 51C3 50C3 and 49C3 and 48C3 and 47C3 तो हम देखो 47C4 and 47C3 ਆਪਾਂ ਆ ਵਾਲਾ ਰਿਜ਼ਲਟ ਲਗਾਵਾਂਗੇ ਤਾਂ ਕਿਵੇਂ ਲਾਉਂਦੇ ਸੀ ਜੇ ਉੱਪਰ n ਸੇਮ ਹੈ ऊपर ਆਪਾਂ ਕਿਵੇਂ ਲਿਖਦੇ ਸੀ n plus 1 ਇਹਨਾਂ ਦੋਵਾਂ ਚ ਜਿਹੜਾ ਵੱਡਾ ਹੈ ਉਹ ਥੱਲੇ ਲਿਖਦੇ ਆ 4 ਤੇ 3 ਚੋਂ ਗ੍ਰੇਟਰ ਕੌਣ ਹੈ 4 ਐਂਡ 47 ਇੱਥੇ ਵੀ 47 ਆਪਾਂ ਕੀ ਲਿਖਾਂਗੇ 48 ਹੁਣ ਬਾਕੀ ਚੀਜ਼ਾਂ ਐਗਜ਼ੈਕਟ ਸੇਮ ਠੀਕ ਹੈ ਤਾਂ ਦੇਖੋ ਹੁਣ ਕੀ ਕਰਾਂਗੇ ਆਪਾਂ ਹੁਣ ਇਹਨਾਂ ਦੋਵਾਂ ਨੂੰ ਯੂਜ਼ ਕਰਦੇ ਆ ਤਾਂ ਦੇਖੋ 48C4 ਇੱਥੇ 48C3 ऊपर की आ जाऊगा 49C4 फिर 49C4 ते 49C3 नु यूज करके आ जाऊगा अपने कोल 50C4 फिर 50C4 ते 50C3 इन्हां दोवां नु यूज करके आ जाऊगा अपने कोल 51C4 फिर 51C4 एंड 51C3 नु यूज करके आ जाऊगा 52C4 इस तरीके नाल आपां कर सकते हैं नेक्स्ट क्वेश्चन है 53CR minus 3 is equal to 53C 3R plus 1 तो अपने कोल इन्हां चों दो कंडीशंस कोई भी लग सकदी है तो देखो पहला आपां की ला के देखते हैं R minus 6 नु इक्वल करदे हां 3R plus 1 ते इहनू सॉल्व करो R minus 3R is equal to 1 plus 6 7 इत्थे की आ गया -2R R की आ गया -7 upon 2 R कदे भी नेगेटिव नहीं हो सकता इट मींस ये चीज वैलिड नहीं है तो आप सेकंड कंडीशन यूज करेंगे A plus B equal to N तो 6 minus R minus 6
plus 3r plus 1 is equal to 43. The 4r minus 5 is equal to 43. 4r is equal to 48 and r is equal to 12. तो इस तरीके नाल ਆਪਾਂ ਇਹਨਾਂ क्वेश्चंस ਨੂੰ बहुत इजीली कर सकते हैं. Is it clear? The next देखो अपने कोल कुछ रिजल्ट्स है. The number of straight lines formed by the end points when no 3 points are collinear. कोई भी 3 पॉइंट्स कोलिनियर नहीं है उदो अपनी नंबर ऑफ स्ट्रेट लाइंस ਲਈ ਕੀ यूज करना है NC2. जी m पॉइंट्स अपने कोलिनियर है NC2 minus MC2 plus 1. एंड जे फाइंड करने अपन नंबर ऑफ ट्रायंगल्स फिर NC3. जी m पॉइंट्स कोलिनियर है NC3 minus MC3. एंड जे फाइंड आउट कर रहे नंबर ऑफ डायगोनल्स ਉਹਦੇ ਲਈ ਫਾਰਮੂਲਾ है NC2 minus n ਜਾਂ डायरेक्ट n into n minus 3 upon 2. Number of points of intersection of the diagonals. Diagonals की है polygon ਦੇ ਅੰਦਰ ਕਿੰਨੇ points ਤੇ ਕੀ ਕਰ ਰਿਹਾ ਹੈ intersect. तो ਉਹਦੇ ਲਈ ਫਾਰਮੂਲਾ ਹੈ NC4. next है G. अपने कोल M इतना horizontal lines है and N अपने कोल vertical lines है. तो अपने कोल किन्ने पैरेललोग्राम बन सकते हैं MC2 into NC2. Next है number of integers from 1 to n that are divisible by k. किਵੇਂ find out ਕਰਦੇ ਆ n upon k. ਇਹਦਾ ਕੀ ਕਰਨਾ ਆਪਾਂ greatest integer. Next है result important है largest exponent मतलब power of the prime p in n factorial. ਜਦੋਂ n factorial ਨੂੰ ਆਪਾਂ solve ਕਰਦੇ ਆ ਤਾਂ p ਦੀ ਸਭ ਤੋਂ ਵੱਡੀ ਪਾਵਰ ਕਿਵੇਂ find out ਕਰਦੇ ਆ n upon p the greatest integer, n upon p square the greatest integer, n upon p cube the greatest integer. उधर तक चली जाना है जब तक आंसर 0 नहीं होता. ठीक है. नेक्स्ट देखो how many chords can be drawn through the 21 points on the circle. सर्कल ਦੇ ਉੱਪਰ ਇਦਾਂ ਆਪਣੇ ਕੋਲ 21 पॉइंट्स है. तो कहते किन्नियां कोड्स ਆਪਾਂ बना सकते हैं. तो देखो कोड अपनी किਵੇਂ ਬਣਦੀ ਹੈ 2 पॉइंट्स ਦੇ ਨਾਲ ਤਾਂ ਨੰਬਰ ਆਫ ਕੋਡਸ ਕਿਹਦੇ ਇਕੁਅਲ ਹੋਣਗੀਆਂ 21C2. एंड डायरेक्ट किਵੇਂ फाइंड आउट करना है 21 माइनस करो 1 20 अपॉन 2 अपने कोल की आएगा 210 अपने कोल की बननगियां कोड्स. नेक्स्ट है इफ देयर आर 12 पर्सनस इन अ पार्टी ਦੇ ਵਿੱਚ 12 पर्सनस है हर पर्सन ਕਿਸੇ दूसरे पर्सन ਦੇ ਨਾਲ हैंडशेक करदा है ਤਾਂ ਆਪਾਂ ਕੱਢਨੇ ਹੈ ਕਿੰਨੇ हैंडशेक होंगे. तो ਜਦੋਂ दो पर्सन हैंडशेक करते हैं तो किन्ने काउंट किन्ने होंगे एक पर्सन दो ले रहे हैं बट हैंडशेक एक काउंट होगा. तो ਆਪਾਂ ਕਿਵੇਂ ਕਰਾਂਗੇ 12C2. तो पूरे 12 पर्सन्स जो ਆਪਾਂ 2 2 सिलेक्ट कर ले. तो 12 into 11 upon 2 अपने को आ गया 6 into 11 तो 66 हैंडशेक्स होंगे. नेक्स्ट है नंबर ऑफ डायगोनल्स ऑफ हेक्सागन. the same ਆਪਾਂ ਫਾਰਮੂਲਾ ਯੂਜ਼ ਕਰ ਲੈਣਾ ਆਪਾਂ ਹੀ ਯੂਜ਼ ਕਰਾਂਗੇ ਸੋ ਦੈਟ ਕਿ ਈਜ਼ੀ ਹੋਵੇ. ਤਾਂ ਦੇਖੋ n मीन हेक्सागन है तो n कितना हो गया 6. तो यूज करो आहा 6 into 6 minus 3 3 upon अपने को 2. तो देखो 3 3s are 9. तो नंबर ऑफ डायगोनल्स कितने होंगे 9. तो नेक्स्ट देखो पॉलीगन हैज 44 डायगोनल्स. हुन ऑपोजिट काम हो गया नंबर ऑफ डायगोनल्स दिते हैं एंड नंबर ऑफ साइड्स फाइंड आउट करने. अगे नंबर ऑफ साइड्स दिते सी एंड नंबर ऑफ डायगोनल्स फाइंड आउट करने सी. सेम अपन ही यूज करांगे. तो देखो n into n minus 3 upon 2 अपने कोल की आंसर 44. तो n into n minus 3 के दे इक्वल अपने कोल 88. तो इसनु किवें लिख सकते हैं 8 into 11. तो n अपने कोल कितना हो गया. तो देखो n कितना आ गया अपने कोल 11. इज इट क्लियर. नेक्स्ट क्वेश्चन देखो a question paper has two parts part A and part B. Both the parts have 10 questions. If a student has to choose 8 questions from part A and 5 from the part B, in how many ways he can choose the questions. तो देखो अपने कोल क्वेश्चन पेपर से कितने हैं पार्ट्स कितने हैं अपने कोल पार्ट 1 है
एंड पार्ट 2 है। ਇਹਦੇ ਵਿੱਚ ਵੀ 10 ਕੁਐਸਚਨਸ ਹੈ, ਇਹਦੇ ਵਿੱਚ ਵੀ 10 ਕੁਐਸਚਨਸ ਹੈ। ਪਰ ਬੱਚੇ ਨੇ ਫਰਸਟ ਪਾਰਟ ਚੋਂ ਕਿੰਨੇ ਕੁਐਸਚਨਸ ਲੈਣੇ ਆ 8 ਤੇ 10 ਸੀ 8 ਇਨਟੂ सेकंड चो कितने चूज करने हैं 5 तो 10 सी 5। इज इट क्लियर? नेक्स्ट क्वेश्चन देखो, फाइंड द मैक्सिमम नंबर ऑफ पॉइंट्स इनटू व्हिच 4 सर्कल्स एंड द 4 स्ट्रेट लाइंस इंटरसेक्ट। 4 सर्कल्स है, 4 स्ट्रेट लाइंस है, इंटरसेक्ट करेंगे तो अपने को मैक्सिमम नंबर ऑफ पॉइंट्स कितने मिलेंगे। तो देखो जदों दो सर्कल्स इंटरसेक्ट करते हैं तो अपन कितने पॉइंट्स मिलते हैं 2। एंड जो दो स्ट्रेट लाइंस इंटरसेक्ट करते हैं एक। जो सर्कल ते स्ट्रेट लाइन मैक्सिमम कितने पॉइंट मिल सकते हैं 2। तो इस चीज नु ध्यान रखते हुए आप किवें करांगे, दो सर्कल्स कितने पॉइंट दे रहे हैं 2। सर्कल्स कितने हैं 4 4c2 into 2 प्लस दो स्ट्रेट लाइंस नाल कितने पॉइंट मिल रहे हैं 1। तो की आ जाएगा 4c2 प्लस एक लाइन ली है एक सर्कल है, कितने पॉइंट्स मिल रहे हैं 2। तो 4c1 एक सर्कल चूज कर लिया एंड एक स्ट्रेट लाइन चूज कर ली, कितने पॉइंट्स मिल रहे हैं 2। तो किवें लिखांगे 4c2 अपन पता है कितना हुंदा है 6 into 2 प्लस इथे भी आ गया 6 प्लस 4 into 4 into 2 6 2s are 12 प्लस 6 4 4s are 16 16 2s are 32। तो अपने कोल देखो 32 प्लस 6 कितना आ गया अपने कोल 38। अपने कोल कितना आ गया 50 मैक्सिमम पॉइंट्स अपन मिलेंगे। तो क्वेश्चन इंपॉर्टेंट है। देखो दो सर्कल्स इंटरसेक्ट कर दिए तो पॉइंट्स 2 मिलते हैं, दो लाइंस इंटरसेक्ट कर दिए एक पॉइंट, एक लाइन ते एक सर्कल 2। इस तरह आप करेंगे। नेक्स्ट अपने को पिजन होल प्रिंसिपल। तो पिजन होल प्रिंसिपल की कहता है इफ देयर आर m ऑब्जेक्ट्स, जो m ऑब्जेक्ट्स है तो कंटेनर्स कितने है n। कंडीशन की है m इज ग्रेटर दैन n। तो एटलीस्ट एक कंटेनर एवें जा होगा जिदे विच एक तो ज्यादा ऑब्जेक्ट्स होंगे। सपोज करो अपने को ऑब्जेक्ट्स कितने है 10 एंड कंटेनर्स अपने को है 8। तो एटलीस्ट एक घटो घट अपन एक कंटेनर ऐसा मिलूगा जिदे च 2 या 3 होंगे, मतलब अपने को एक तो ज्यादा ऑब्जेक्ट्स होंगे। नेक्स्ट है डी अरेंजमेंट। डी अरेंजमेंट नु ਆਪਾਂ ਹੋਰ ਕੀ ਬੋਲ ਸਕਦੇ ਆ ਮਿਸ ਮੈਚਿੰਗ। डी अरेंजमेंट वाले क्वेश्चंस कांसेप्ट किथे लगदा है जिन्ना क्वेश्चंस दे विच ਆਪਾਂ ਨੂੰ ਇਦਾਂ ਕਿਹਾ ਹੋਵੇ कि सपोज करो अपने कोल 3 एनवलप्स है 3 लेटर्स है, ਆਪਾਂ ਉਹਨਾਂ ਨੂੰ ਪਾਉਣਾ ਹੈ ਸੋ ਦੈਟ ਕਿ ਉਹ ਕਦੇ ਵੀ ਸਹੀ ਲੈਟਰ ਸਹੀ ਐਨਵਲਪ ਚ ਨਾ ਪਵੇ। ਤੇ ਉਹਨਾਂ ਕੁਐਸਚਨਸ ਦੇ ਵਿੱਚ ਆਪਾਂ ਡੀ ਅਰੇਂਜਮੈਂਟ ਵਾਲਾ ਕਨਸੈਪਟ ਯੂਜ਼ ਕਰਨਾ ਹੈ। तो ਉਹਦੇ ਲਈ ਫਾਰਮੂਲਾ ਹੈ n ਫੈਕਟੋਰੀਅਲ, ਜਿੰਨੇ ਆਬਜੈਕਟਸ ਦੀ ਆਪਾਂ ਡੀ ਅਰੇਂਜਮੈਂਟ ਕਰ ਰਹੇ ਹਾਂ n फैक्टोरियल into 1 minus 1 upon 1 factorial plus 1 upon 2 factorial minus 1 upon 3 factorial plus 1 upon 4 factorial and so on। ठीक है, तो इस कॉन्सेप्ट ਨੂੰ ਆਪਾਂ थोड़ा ब्रीफली समझते हैं। देखो सपोज करो वैसे की अपने कोल लेटर 1 ਨੂੰ ਆਪਾਂ ਪਾਉਣੀ ਆ एनवलप 1 ਚ, लेटर 2 ਨੂੰ ਆਪਾਂ ਪਾਉਣੀ ਆ एनवलप 2 ਚ। ठीक है, बट ਆਪਾਂ ਨੂੰ ਉਹਨਾਂ ਨੇ ਕੀ ਕਿਹਾ ਕਿ ਸਹੀ ਚ ਨਹੀਂ ਪਾਉਣਾ। ਤਾਂ ਲੈਟਰ 1 ਨੂੰ ਆਪਾਂ ਐਨਵਲਪ 1 ਚ ਪਾ ਨਹੀਂ ਸਕਦੇ, ਕਿਹਦੇ ਚ ਪਾਵਾਂਗੇ ਐਨਵਲਪ 2 ਚ। ਤੇ ਲੈਟਰ 2 ਨੂੰ ਕਿਹਦੇ ਚ ਪਾਵਾਂਗੇ ਐਨਵਲਪ 1 ਚ। ਤੇ ਕਿੰਨੇ ਕੇਸਿਸ ਬਣੇ, ਕੇसेस ਕਿੰਨੇ ਬਣੇ ਆਪਣੇ ਕੋਲ 1। ਜੇ ਆਪਾਂ ਇੱਥੇ n ਦੀ ਜਗ੍ਹਾ ਤੇ 2 ਯੂਜ਼ ਕਰਕੇ ਕਰਾਂਗੇ ਤਾਂ ਫਿਰ ਵੀ ਆਪਣੇ ਕੋਲ ਆਨਸਰ ਕੀ ਆਊਗਾ 1। ਹੁਣ देखो नेक्स्ट आप डिस्कस करते हैं जी। वैसे लेटर 1 लेटर 2 लेटर 3, लेटर 1 वैसे एनवलप 1 दा, लेटर 2 एनवलप 2 दा, लेटर 3 अपने कोल की है एनवलप 3 दा। हुण ਆਪਾਂ देखते हैं किन्ने तरीके नाल ਆਪਾਂ ਇਹਨਾਂ ਨੂੰ ਪਾ ਸਕਦੇ ਹਾਂ सो दैट कि सही लेटर सही एनवलप ਚ ना जावे। ठीक है, तो देखो लेटर 1 ਨੂੰ मैं पाता, लेटर 1 ਨੂੰ एनवलप 1 ਚ पा नहीं सकती तो मैं किथे पाता एनवलप 2 ਚ। ਤਾਂ ਜਾਂ ਮੈਂ ਲੈਟਰ 1 ਨੂੰ ਐਨਵਲਪ 2 ਚ ਪਾ ਸਕਦੀ ਹਾਂ ਜਾਂ 3 ਚ। ਤਾਂ ਦੇਖੋ ਹੁਣ ਇੱਥੇ ਲੈਟਰ 2 ਨੂੰ ਹੁਣ
देखो 2 तो यूज कर लिया आप एनवलप, किहड़ी रह गई 1 एनवलप रह गया एंड थर्ड जी एनवलप 2 ਲਈ लेटर 2 ਲਈ अपने कोल की ऑप्शंस है एनवलप 1 एंड एनवलप 3। तो देखो हुन जे मैं हुन आपां पाउणा लेटर 3 जी मैं एनवलप 1 यूज कर रही हां इत्थे लेटर 2 ਨੂੰ ਕਿਹਦੇ ਚ ਪਾ ਰਹੀ ਹਾਂ एनवलप 1 ਚ तो फिर लेटर 3 ਨੂੰ ਕਿਹਦੇ ਚ ਪਾਉਣਾ ਪਊਗਾ एनवलप 3 ਚ ਉਹ ਤਾਂ ਸਹੀ ਹੋ ਜਾਊਗਾ। ਤਾਂ ਆਪਾਂ ਇੱਥੇ ਲੈਟਰ 2 ਨੂੰ ਕਿਹਦੇ ਚ ਪਾ ਰਹੇ ਹਾਂ एनवलप 3 ਚ ਲੈਟਰ 3 ਨੂੰ ਪਾਵਾਂਗੇ एनवलप 1 ਦੇ ਵਿੱਚ। ਹੁਣ ਕੋਈ ਵੀ ਲੈਟਰ ਸਹੀ एनवलप ਦੇ ਵਿੱਚ ਨਹੀਂ ਗਿਆ। ਤੇ ਇੱਥੇ ਦੇਖੋ ਜੇ ਲੈਟਰ 1 ਨੂੰ एनवलप 3 ਚ ਪਾਇਆ ਹੈ ਲੈਟਰ 2 ਆਪਣੇ ਕੋਲ ਕੀ ਆਪਸ਼ਨਸ ਹੈ एनवलप 1 ਜਾਂ एनवलप 2। एनवलप 2 ਚ ਤਾਂ ਪਾ ਹੀ ਨਹੀਂ ਸਕਦੀ ਕਿਉਂਕਿ ਲੈਟਰ 2 ਨੂੰ ਆਪਾਂ ਲੈਟਰ एनवलप 2 ਚ नहीं पा सकती। लेटर 3 किदे च आऊगा एनवलप अपने कोल 2 रह गया। अपने कोल कितने केसेस बने 2। तो आपां जे इत्थे n दी जगह ते 3 यूज करांगे तो आपां नु आंसर की मिलूगा 2। दिस इज हाउ वी कैन सॉल्व इट बाय डी अरेंजमेंट। तो क्वेश्चंस दे विच तुहानू आप नु डायरेक्ट ऊपर नहीं लिखिया होगा कि डी अरेंजमेंट दा क्वेश्चन है बट स्टेटमेंट ਨੂੰ ਸਮਝ ਕੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇੱਥੇ ਆਪਾਂ ਡੀਅਰੇਂਜਮੈਂਟ ਵਾਲਾ ਕਨਸੈਪਟ ਲਗਾ ਰਹੇ ਹਾਂ। ਇਜ਼ ਇਟ ਕਲੀਅਰ? ਨੈਕਸਟ ਹੈ ਫਾਰਮੇਸ਼ਨ ਆਫ ਗਰੁੱਪਸ। ਤਾਂ ਦੇਖੋ ਕਿਸ ਤਰ੍ਹਾਂ ਕਰਨਾ ਹੈ ਤੇ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਤਾਂ ਦੇਖੋ ਸਪੋਜ਼ ਕਰੋ ਆਪਣੇ ਕੋਲ ਆਬਜੈਕਟਸ ਹੈ 5 ਆਬਜੈਕਟਸ ਹੈ A B C ਤੇ D। ਆਪਣੇ ਕੋਲ 5 ਆਬਜੈਕਟਸ ਹੈ ਐਂਡ ਆਪਾਂ ਇਹਨਾਂ ਨੂੰ 2 ਤੇ 3 ਦੇ ਗਰੁੱਪਸ ਚ ਡਿਵਾਈਡ ਕਰਨਾ ਹੈ। ਤੇ ਕਿਵੇਂ ਕਰਾਂਗੇ ਦੇਖੋ ਇੱਧਰ ਆਪਾਂ A ਤੇ B ਰੱਖ ਲਿਆ ਆਟੋਮੈਟਿਕਲੀ ਦੂਸਰੀ ਸਾਈਡ ਕੀ ਚਲਾ ਗਿਆ C D ਤੇ E। ਜੇ ਇੱਧਰ A ਤੇ C ਰੱਖਾਂਗੇ ਦੂਸਰੀ ਸਾਈਡ ਕੀ ਚਲਾ ਜਾਊਗਾ B D ਤੇ E। ਜੇ A ਤੇ D ਰੱਖ ਰਹੇ ਹਾਂ ਫਿਰ ਦੂਸਰੀ ਸਾਈਡ ਕੀ ਚਲਾ ਗਿਆ B C ਤੇ E ਐਂਡ A ਤੇ E ਰੱਖਾਂਗੇ ਇੱਧਰ B C ਤੇ D एंड जे इधर देखो हुन B ते C इधर रख रहे हैं A D ते E B ते D इधरले साइड रख रहे हैं A C ते E एंड जे B ते E रख रहे हैं फिर अपने कोल की आ जाऊगा A C ते D C ते D नु इस साइड रखो देन की बनूगा अपने कोल A B ते E ऑटोमेटिकली इस साइड आ गए C ते E रखांगे फिर अपने कोल A B ते D एंड J अपने कोल D ते E नु इस साइड A B ते C। इस तरह आप ग्रुपिंग कर सकते हैं। तो कितने ऑप्शंस है 1 2 3 4 5 6 7 8 9 10। तो अपने कोल 10 तरीके नाल आप इदा ग्रुपिंग कर सकते हैं। तो हुन देखो जे अपने कोल इत्थे तो अपने कोल 5 आर्टिकल्स सी एंड आप ग्रुप्स च डिवाइड करता। जे नंबर ऑफ अपने कोल ऑब्जेक्ट्स बहुत ज्यादा होन तो डायरेक्ट आप किवें लिखना है कंडीशन की होनी चाहिए है अपने कोल नंबर ऑफ एलिमेंट्स इन ईच ग्रुप की होनी चाहिए डिफरेंट। जे इधर 2 है इधर कितने है 3। तो देखो जे m plus n ऑब्जेक्ट्स है एक ग्रुप दे अंदर m है एंड दूसरे दे अंदर कितने है n। तो इत्थे अपने कोल की चीज लग रही है 2 plus 3 एक ऑब्जेक्ट एक च अपने कोल कितने है 2 दूसरे ग्रुप च 3। तो आपा किवें सॉल्व करना है m plus n फैक्टोरियल अपॉन m फैक्टोरियल एंड n फैक्टोरियल। m plus n टोटल की आ गया 5 फैक्टोरियल अपने कोल 2 फैक्टोरियल एंड 3 फैक्टोरियल 5 into 4 into 3 फैक्टोरियल अपॉन 2 into 3 फैक्टोरियल एंड इस नु सॉल्व करके भी आपा देख रहे हैं आंसर की आ रहा है 10। इज इट क्लियर? तो नेक्स्ट देखो जे इत्थे की क्या सी आपा m is not equal to n। जे अपने कोल m is equal to n हो जे फिर एडिशनल आपा 2 फैक्टोरियल नाल की करना है डिवाइड। हुन मैं समझाउनी है तुहानू आपा डिवाइड क्यों कीता है। तो देखो जी अपने कोल 4 आर्टिकल्स है ठीक है एंड 2 दे आपा ग्रुप्स बना रहे हैं क्योंकि m ते n अपने की है सेम। जे A ते B नु इत्थे ले रहे हैं तो ऑटोमेटिकली इधर की आ गया C ते D। ਜਦੋਂ ਆਪਾਂ ਇੱਥੇ C ਤੇ D ਲਿਖਾਂਗੇ ਤਾਂ ਅਗੇਨ ਆਪਣੇ ਕੋਲ ਆ ਦੋਵੇਂ ਚੀਜ਼ਾਂ ਗਰੁੱਪਿੰਗ ਤਾਂ ਸੇਮ ਹੀ ਹੈ ਤਾਂ ਕਰਕੇ ਆਪਾਂ ਕੀ ਕੀਤਾ 2 ਫੈਕਟੋਰੀਅਲ ਨਾਲ ਡਿਵਾਈਡ। ਜਿੰਨੇ ਗਰੁੱਪਸ ਸੇਮ ਹੈ ਉਹਨੇ ਫੈਕਟੋਰੀਅਲ ਨਾਲ ਡਿਵਾਈਡ। ਇਜ਼ ਇਟ ਕਲੀਅਰ?
ਤੇ ਨੈਕਸਟ ਇਸੇ ਚੀਜ਼ ਨੂੰ ਆਪਾਂ ਇੱਕ ਕੁਐਸਚਨ ਦੇ ਨਾਲ ਦੇਖਦੇ ਹਾਂ। ਕੁਐਸਚਨ ਹੈ in how many ways can 6 distinct balls be distributed to the 4 boxes? अपने कोल की है 4 boxes है, ठीक है, box 1, box 2 and box 3, box 4। किन्नियां balls ਨੂੰ ਪਾਉਣਾ ਹੈ ਆਪਾਂ 6 ਨੂੰ। ਤੇ ਕੀ ਆਪਣੇ ਕੋਲ ਆਪਸ਼ਨਸ ਹੋ ਸਕਦੀਆਂ? ਤਾਂ ਦੇਖੋ ਆਪਣੇ ਕੋਲ ਇੱਥੇ ਇੱਕ ਐਂਡ ਇੱਧਰ 3, ਟੋਟਲ 6 ਹੋ ਗਈਆਂ। ਜਾਂ ਕਿਵੇਂ ਹੋ ਸਕਦਾ ਹੈ 1 2 ਐਂਡ 2, ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ। ਤਾਂ ਦੇਖੋ ਹੁਣ ਆਪਾਂ ਫਰਸਟ ਕੇਸ ਨੂੰ ਆਪਾਂ ਕਿਵੇਂ ਲਿਖਾਂਗੇ? ਤਾਂ ਦੇਖੋ ਟੋਟਲ ਕਿੰਨੇ ਸੀ ਆਪਣੇ ਕੋਲ ਬਾਲਸ ਕਿੰਨੀਆਂ ਸੀ 6 ਫੈਕਟੋਰੀਅਲ ਉੱਪਰ ਲੈ ਲਿਆ। ਹੁਣ ਦੇਖੋ ਇੱਥੇ ਆਪਣੇ ਕੋਲ ਜੋ ਵੀ ਆਪਾਂ ਪਹਿਲੇ ਗਰੁੱਪ ਚ ਕੀ ਹੈ 1 ਫੈਕਟੋਰੀਅਲ, ਫਿਰ 1 ਫੈਕਟੋਰੀਅਲ, ਫਿਰ 1 ਫੈਕਟੋਰੀਅਲ ਨਾਲ 3 ਫੈਕਟੋਰੀਅਲ। ਡਿਵਾਈਡ ਕਿਹਦੇ ਨਾਲ ਕਰਾਂਗੇ? ਜਿਹੜੇ ਜਿੰਨੇ ਗਰੁੱਪਸ ਸੇਮ ਹੈ। ਕਿੰਨੇ ਗਰੁੱਪ ਸੇਮ ਸੀ 3, ਤਾਂ ਐਡੀਸ਼ਨਲ ਆਪਾਂ 3 ਫੈਕਟੋਰੀਅਲ ਨਾਲ ਡਿਵਾਈਡ ਕਰਾਂਗੇ। ਤਾਂ ਇਸ ਚੀਜ਼ ਨੂੰ ਧਿਆਨ ਰੱਖਣਾ ਹੈ, ਠੀਕ ਹੈ। ਐਂਡ ਮਲਟੀਪਲਾਈ ਕੀ ਆ ਜਾਊਗਾ 4 ਫੈਕਟੋਰੀਅਲ, ਕਿਉਂਕਿ ਇਹ ਆਪਸ ਚ ਵੀ ਅਰੇਂਜ ਹੋ ਸਕਦੇ ਆ। ਐਂਡ ਹੁਣ ਆਪਾਂ ਸੈਕਿੰਡ ਕੇਸ ਨੂੰ ਕਿਵੇਂ ਲਿਖਾਂਗੇ? ਦੇਖੋ 6 ਫੈਕਟੋਰੀਅਲ ਅਪਨ, ਦੇਖੋ ਇੱਥੇ ਪਹਿਲੇ ਦਾ 1 ਫੈਕਟੋਰੀਅਲ, ਫਿਰ 1 ਫੈਕਟੋਰੀਅਲ, ਫਿਰ 2 ਫੈਕਟੋਰੀਅਲ, 2 ਫੈਕਟੋਰੀਅਲ। ਇੱਥੇ ਆ ਦੋ ਸੇਮ ਹੈ ਤਾਂ ਕਰਕੇ 2 ਫੈਕਟੋਰੀਅਲ ਲਿਖਿਆ, ਠੀਕ ਹੈ। ਐਂਡ ਫਿਰ ਆ ਦੋ ਸੇਮ ਹੋ ਗਏ ਤਾਂ ਕਰਕੇ 2 ਫੈਕਟੋਰੀਅਲ। ਐਂਡ ਉੱਪਰ ਕੀ ਆ ਗਿਆ ਆਪਣੇ ਕੋਲ 4 ਫੈਕਟੋਰੀਅਲ। तो इस तरह इस क्वेश्चन ਨੂੰ करना है, बहुत इंपॉर्टेंट कॉन्सेप्ट है। Is it clear? That's all for today. Till task, hit like if you like this video. Till then, keep learning, keep growing. Meet you in the next video.